ਸਾਡੇ ਚੋਂ ਬਹੁਤਾਤ ਦੇ ਵਿੱਚ ਲੋਕ ਐਸੇ ਨੇ ਜਿਨ੍ਹਾਂ ਵਿੱਚੋਂ ਸ਼ਾਇਦ ਮੈਂ ਵੀ ਇੱਕ ਹਾਂ ਕਿ ਜਿਹੜੇ 10 ਵਾਕ ਜਿਹੜੇ ਨੇ ਹੈ ਨਾ 10 ਸੈਂਟੈਂਸਸ ਵੀ ਸ਼ੁੱਧ ਪੰਜਾਬੀ ਦੇ ਨਹੀਂ ਬੋਲ ਸਕਦੇ। ਅਸੀਂ ਕੀ ਕਰਦੇ ਹਾਂ ਕਿ ਸਾਨੂੰ ਲੱਗਦਾ ਕਿ ਸਾਡੀ ਭਾਸ਼ਾ ਦੀ ਜ਼ਰੂਰਤ ਨਹੀਂ, ਨਾ ਹੀ ਸਾਨੂੰ ਨੌਕਰੀ ਦਿਵਾ ਸਕਦੀ ਹੈ, ਨਾ ਹੀ ਸਾਨੂੰ ਕਿਤੇ ਅੱਗੇ ਪਹੁੰਚਾ ਸਕਦੀ ਹੈ। ਸੋ ਬੈਟਰ ਕੀ ਆ ਕਿ ਕੋਈ ਹੋਰ ਜਿਹੜੀ ਭਾਸ਼ਾ ਉਹਨੂੰ ਜਿਹੜੀ ਪ੍ਰੈਸਟੀਜੀਅਸ ਭਾਸ਼ਾ ਉਹਨੂੰ ਆਪਣੇ ਹਿੱਕ ਨਾਲ ਲਾ ਲਓ ਅਤੇ ਆਪਣੀ ਭਾਸ਼ਾ ਨੂੰ ਸੁੱਟਦੇ ਚੱਲੋ, ਕਿਉਂਕਿ ਇਹ ਤਾਂ ਆ ਹੀ ਜਾਣੀ ਹੈ। ਪਰ ਇੱਦਾਂ ਨਹੀਂ ਹੁੰਦਾ। ਅੱਖਰ ਕੱਢਦੇ ਕੱਢਦੇ, ਧੁਨੀਆਂ ਕੱਢਦੇ ਕੱਢਦੇ ਕਦੋਂ ਅਸੀਂ ਪੂਰੀ ਦੀ ਪੂਰੀ ਭਾਸ਼ਾ ਨੂੰ ਕੱਢ ਦਿਆਂਗੇ ਸਾਨੂੰ ਪਤਾ ਵੀ ਨਹੀਂ ਲੱਗਣਾ। ਜਿਹੜੀਆਂ ਆਪਣੇ ਪੁਰਾਣੇ ਅੱਖਰ ਸੀ, ਜੋ ਆਪਣੇ ਵਾਕ ਸੀ, ਜੋ ਆਪਣੇ ਫਰੇਜ਼ਿਸ, ਆਪਣੇ ਈਡੀਅਮ ਜਿਹਨੂੰ ਆਪਾਂ ਮੁਹਾਵਰੇ ਕਹਿੰਦੇ ਹਾਂ, ਉਹ ਬੱਚਿਆਂ ਨੂੰ ਸਿਖਾਇਆ ਤੇ ਜਾਵੇ ਤਾਂ ਬਹੁਤਾਤ ਵਿੱਚ ਮੈਨੂੰ ਇਹ ਜਵਾਬ ਮਿਲਦਾ ਕਿ ਬੱਚਿਆਂ ਨੂੰ ਨਾ ਔਖੇ ਲੱਗਦੇ ਆ। ਬੱਚੇ ਸਿੱਖ ਨਹੀਂ ਸਕਦੇ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹਦੇ 'ਚ ਕਸੂਰ ਬੱਚਿਆਂ ਦਾ ਨਹੀਂ ਹੈ, ਕਸੂਰ ਸਾਡਾ ਹੈ। ਕਿਉਂਕਿ ਜੇਕਰ ਅਸੀਂ ਬੱਚਿਆਂ ਨੂੰ ਸਮਝਾਵਾਂਗੇ, ਸਿਖਾਵਾਂਗੇ ਹੀ ਨਹੀਂ ਤਾਂ ਉਹ ਕਦੀ ਵੀ ਨਹੀਂ ਸਿੱਖ ਪਾਉਣਗੇ। ਮੇਰਾ ਨਾਮ ਜਦੋਂ ਕਿਰਨ ਹੈ ਤਾਂ ਉਹਨੂੰ ਕੈਰਨ ਕਿਉਂ ਬੋਲਿਆ ਜਾਵੇ, ਉਹ ਕਿਰਨ ਕਿਉਂ ਨਾ ਬੋਲਿਆ ਜਾਵੇ? ਮੇਰੇ ਨਾਮ ਦੀ ਇੰਪੋਰਟੈਂਸ ਉਨੀ ਕਿਉਂ ਨਹੀਂ ਜਿੰਨੀ ਬਾਕੀ ਨਾਮਾਂ ਦੀ ਇੰਪੋਰਟੈਂਸ ਆ? ਮੇਰੇ ਅੱਖਰਾਂ ਦੀ ਇੰਪੋਰਟੈਂਸ ਉਨੀ ਕਿਉਂ ਨਹੀਂ ਜਿੰਨੀ ਬਾਕੀਆਂ ਦੀ ਇੰਪੋਰਟੈਂਸ ਆ? ਕਿਉਂਕਿ ਅਸੀਂ ਖੁਦ ਹੀਣ ਭਾਵਨਾ ਦੇ ਸ਼ਿਕਾਰ ਲੋਕ ਆ। ਸਾਨੂੰ ਇਹ ਲੱਗਦਾ ਕਿ ਸਾਡੀ ਭਾਸ਼ਾ ਜਿਹੜੀ ਆ ਉਹ ਬਹੁਤ ਥੱਲੇ ਆ। ਜਦੋਂ ਕੋਈ ਪੰਜਾਬੀ 'ਚ, ਮੈਂ ਇਹ ਗੱਲ ਪਿਛਲੇ ਹਫ਼ਤੇ ਵੀ ਕਹੀ ਸੀ, ਜਦੋਂ ਕੋਈ ਪੰਜਾਬੀ ਵਿੱਚ ਠੇਠ ਪੰਜਾਬੀ ਵਿੱਚ ਕੋਈ ਬੋਲਦਾ ਤਾਂ ਅਸੀਂ ਉਹਨੂੰ ਕਹਿੰਦੇ ਦੇਸੜ ਜਿਹਾ, ਇਹ ਪੇਂਡੂ ਆ। ਔਰ ਮੈਨੂੰ ਨਹੀਂ ਪਤਾ ਕਿ ਪੇਂਡੂ ਨੈਗੇਟਿਵ ਵਰਡ ਕਦੋਂ ਦਾ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਜਿਹੜਾ ਪਿਛਲਾ ਐਪੀਸੋਡ ਅਸੀਂ ਕੀਤਾ ਸੀ ਉਹ ਆਪਾਂ ਪੰਜਾਬੀ ਤੇ ਗੁਰਮੁਖੀ ਲਿਪੀ ਬਾਰੇ ਗੱਲ ਕਰਦਿਆਂ ਸ਼ੁਰੂ ਕੀਤਾ ਸੀਗਾ। ਪਿਛਲੇ ਐਪੀਸੋਡ ਦੇ ਵਿੱਚ ਜੋ ਆਪਾਂ ਕੁਝ ਕੁ ਸਵਾਲ, ਪਹਿਲਾਂ ਮੁੱਢਲੇ ਸਵਾਲ ਸਮਝਣ ਦੀ ਕੋਸ਼ਿਸ਼ ਕੀਤੀ ਸੀ ਉਹ ਇਹ ਸੀ ਕਿ ਭਾਸ਼ਾ ਹੈ ਕੀ। ਸਭ ਤੋਂ ਪਹਿਲਾ ਸਵਾਲ ਤਾਂ ਇਹ ਸੀ ਕਿ ਭਾਸ਼ਾ ਹੈ ਕੀ, ਕਿ ਜਿਹੜਾ ਸਿਰਫ ਅਸੀਂ ਬੋਲਦੇ ਹਾਂ ਜਾਂ ਅਸੀਂ ਲਿਖਦੇ ਹਾਂ, ਆਪਾਂ ਇਹਨੂੰ ਭਾਸ਼ਾ ਕਹਿ ਸਕਦੇ ਹਾਂ। ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰਨਾ ਹੀ ਭਾਸ਼ਾ ਹੁੰਦੀ ਹੈ। ਸਿਰਫ ਇੰਨੀ ਕੀ ਇਹਦੀ ਜਿਹੜੀ ਡੈਫੀਨੇਸ਼ਨ ਆ ਇੰਨੀ ਕੀ ਬਹੁਤ ਆ, ਜਾਂ ਇਸ ਤੋਂ ਵੀ ਅੱਗੇ ਕੁਛ ਹੈ? ਭਾਸ਼ਾ ਕਦੇ ਮਰ ਸਕਦੀ ਹੈ? ਦੂਸਰਾ ਸਵਾਲ ਇਹ ਸੀ ਕਿ ਭਾਸ਼ਾ ਕਦੇ ਮਰ ਸਕਦੀ ਹੈ? ਕੀ ਸਾਡੇ ਕੋਲ ਪਹਿਲਾਂ ਤੋਂ ਕੁਝ ਐਸੀਆਂ ਉਦਾਹਰਨਾਂ ਮੌਜੂਦ ਹਨ ਜਿਹਦੇ ਵਿੱਚ ਕਦੀ ਕਿਸੇ ਦੀ ਭਾਸ਼ਾ ਮਰ ਗਈ ਹੋਵੇ? ਅਤੇ ਜੇ ਉਹ ਮਰ ਗਈ ਹੈ ਤਾਂ ਉਹਦੇ ਨਾਲ ਉਹਨਾਂ ਦਾ ਕੀ ਮਰਿਆ? ਇਹਦਾ ਜਿਹੜਾ ਜਵਾਬ ਸੀ ਉਹ ਪਹਿਲੇ ਸਵਾਲ ਦੇ ਨਾਲ ਹੀ ਇੰਟੈਂਗਲਡ ਸੀ, ਉਹਦੇ ਨਾਲ ਹੀ ਰਲਦਾ ਸੀ। ਅਗਲਾ ਜਿਹੜਾ ਸਵਾਲ ਆਪਾਂ ਦੇਖਿਆ ਸੀਗਾ ਉਹ ਸੀਗਾ ਕਿ ਭਾਸ਼ਾ ਕਿਵੇਂ ਮਰਦੀ ਹੈ। ਜੇ ਭਾਸ਼ਾ ਮਰਦੀ ਹੈ ਤਾਂ ਕਿਵੇਂ ਮਰਦੀ ਹੈ? ਉਹਦਾ ਇੱਕ ਪ੍ਰੋਸੀਜਰ ਜਿਹੜਾ ਹੈ, ਉਹਦਾ ਸਟੈਪ ਬਾਏ ਸਟੈਪ ਪ੍ਰੋਸੈਸ ਕੀ ਆ, ਕਿੱਦਾਂ ਭਾਸ਼ਾਵਾਂ ਮਰ ਜਾਇਆ ਕਰਦੀਆਂ ਨੇ। ਅੱਜ ਜਿਹੜਾ ਅਸੀਂ ਇਸ ਗੱਲ ਨੂੰ ਅੱਗੇ ਤੋਰਨਾ ਹੈ ਉਹਦੇ ਵਿੱਚ ਆਪਣੇ ਜਿਹੜੇ 4 ਸਵਾਲ ਜੋ ਮੈਂ ਪਿਛਲੀ ਵਾਰੀ ਵੀ ਤੁਹਾਡੇ ਨਾਲ ਡਿਸਕਸ ਕੀਤੇ ਸੀ ਕਿ ਇਹਨਾਂ 4 ਸਵਾਲਾਂ ਨੂੰ 4 ਲੈਵਲਸ 'ਤੇ ਸਮਝਣਾ ਬੜਾ ਜ਼ਰੂਰੀ ਹੈ। ਅਗਰ ਅਸੀਂ ਗੁਰੂ ਅੰਗਦ ਦੇਵ ਪਾਤਸ਼ਾਹ ਦਾ ਗੁਰਮੁਖੀ ਲਿਪੀ ਨੂੰ ਜੋ ਤਰਤੀਬ ਦਿੱਤੀ ਗਈ, ਜੋ ਅੱਖਰਾਂ ਨੂੰ ਤਰਤੀਬ ਦੇ ਕੇ ਉਹਨਾਂ ਨੇ ਗੁਰਮੁਖੀ ਲਿਪੀ ਬਣਾ ਦਿੱਤੀ, ਉਹ ਕਿਉਂ ਕੀਤਾ? ਉਹਦੇ ਪਿੱਛੇ ਮਕਸਦ ਕੀ ਸੀ? ਅਗਰ ਆਪਾਂ ਇਸ ਨੂੰ ਸਮਝਣਾ ਹੈ ਤਾਂ ਸਾਨੂੰ ਬਕਾਇਦਾ 4 ਸਵਾਲਾਂ ਨੂੰ 4 ਲੈਵਲ 'ਤੇ ਸਮਝਣਾ ਪਊਗਾ। ਗੁਰੂ ਅੰਗਦ ਦੇਵ ਪਾਤਸ਼ਾਹ ਨੇ ਕੀ ਕੀਤਾ, ਕਿਉਂ ਕੀਤਾ, ਉਸ ਤੋਂ ਅਗਲਾ ਸਟੈਪ ਆਊਗਾ। ਉਹ 4 ਸਵਾਲ ਕੀ ਸੀਗੇ? ਪਹਿਲਾ ਕਿ ਲਿਪੀ ਹੋਣ ਦਾ ਮਹੱਤਵ ਕੀ ਹੈ? ਕਿਸੇ ਵੀ ਕੌਮ ਕੋਲ ਜਾਂ ਕਿਸੇ ਵੀ ਖਿੱਤੇ ਕੋਲ ਜਦੋਂ ਆਪਣੀ ਲਿਪੀ ਹੁੰਦੀ ਹੈ ਤਾਂ ਉਹਦਾ ਮਤਲਬ ਕੀ ਬਣ ਜਾਂਦਾ? ਕਿਆ ਉਹਦੇ ਨਾਲ ਕੁਛ ਐਮਪਾਵਰਮੈਂਟ ਆਉਂਦੀ ਹੈ? ਕਿਆ ਉਹਦੇ ਨਾਲ ਕੁਛ ਪਾਵਰ ਜਾਂ ਅਥਾਰਟੀ ਦੀ ਗੱਲ ਆਉਂਦੀ ਹੈ ਜਾਂ ਨਹੀਂ ਆਉਂਦੀ? ਇੱਕ ਵਰਡ ਹੁੰਦਾ ਹੈ ਜੀ ਏਜੰਸੀ। ਏਜੰਸੀ ਉਹ ਨਹੀਂ ਜਿਹਦੇ ਬਾਰੇ ਆਪਾਂ ਗੱਲਾਂ ਕਰਦੇ ਰਹਿੰਦੇ ਹਾਂ ਕਿ ਭਾਰਤੀ ਏਜੰਸੀਆਂ ਜਾਂ ਫਲਾਣੀਆਂ ਖੂਫੀਆ ਏਜੰਸੀਆਂ, ਉਹ ਏਜੰਸੀਆਂ ਨਹੀਂ। ਏਜੰਸੀ ਹੁੰਦੀ ਹੈ ਜਿਹਦੇ ਨਾਲ ਅਸੀਂ ਆਪਣੀ ਹੋਂਦ ਨੂੰ ਐਕਸਪ੍ਰੈਸ ਕਰਦੇ ਹਾਂ ਜਾਂ ਅਸੀਂ ਲੋਕਾਂ ਨੂੰ ਦੱਸਦੇ ਹਾਂ ਕਿ ਅਸੀਂ ਆਹ ਲੋਕ ਹਾਂ। ਤਾਂ ਕਿਆ ਲਿਪੀ ਜਿਹੜੀ ਹੈ ਉਹ ਏਜੰਸੀ ਦਾ ਮਾਧਿਅਮ ਵੀ ਹੈ? ਦੂਜੀ ਗੱਲ ਜਿਹੜੀ ਹੈ ਉਹ ਹੈ ਕਿ ਆਪਣੀ ਲਿਪੀ ਸੰਭਾਲਣਾ ਜ਼ਰੂਰੀ ਕਿਉਂ ਹੈ? ਕਿਉਂ ਸਾਰੇ ਜਿਹੜੇ ਹੈ ਉਹ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬੀ ਭਾਸ਼ਾ ਨੂੰ ਸੰਭਾਲਣ ਦੀ,
ਤਾਂ ਬੇਸਿਕਲੀ ਅਸੀਂ ਲਿਪੀ ਦੀ ਹੀ ਗੱਲ ਕਰ ਰਹੇ ਹੁੰਦੇ ਹਾਂ, ਪਰ ਖੈਰ ਉਹਦੇ ਵੱਲ ਆਪਾਂ ਬਾਅਦ ਵਿੱਚ ਆਉਂਦੇ ਹਾਂ। ਹੁਣ ਇਸੇ ਪ੍ਰੋਗਰਾਮ ਦੇ ਵਿੱਚ, ਇਸੇ ਐਪੀਸੋਡ 'ਚ ਆਵਾਂਗੇ ਕਿ ਆਪਣੀ ਲਿਪੀ ਨੂੰ ਸੰਭਾਲਣਾ ਇੰਨਾ ਇੰਪੋਰਟੈਂਟ ਕਿਉਂ ਆ। ਜਦੋਂ ਆਪਾਂ ਭਾਸ਼ਾਵਾਂ ਸੰਭਾਲਣ ਦੀ ਗੱਲ ਕਰਦੇ ਹਾਂ ਤਾਂ ਦਰਅਸਲ ਅਸੀਂ ਲਿਪੀ ਸੰਭਾਲਣ ਦੀ ਗੱਲ ਕਰ ਰਹੇ ਹੁੰਦੇ ਹਾਂ। ਪਰ ਉਹ ਕਿਉਂ ਜ਼ਰੂਰੀ ਹੈ? ਕਿਉਂ ਲੋਕ ਜਿਹੜੇ ਨੇ ਉਹ ਬਕਾਇਦਾ ਇਹਦੇ ਉੱਤੇ ਇੱਕ ਮੂਵਮੈਂਟਸ ਖੜੀਆਂ ਕਰ ਦਿੰਦੇ ਨੇ? ਸਾਡੇ ਪੰਜਾਬ ਵਿੱਚ ਵੀ ਕੁਝ ਜਿਹੜੇ ਨੌਜਵਾਨ ਨੇ ਉਹ ਇਹਦੇ ਉੱਤੇ ਮੂਵਮੈਂਟ ਖੜੀ ਕਰ ਰਹੇ। ਉਹ ਆਪਣੇ ਪੱਧਰ ਦੇ ਉੱਤੇ ਜਿਸ ਤਰੀਕੇ ਨਾਲ ਵੀ ਕੰਮ ਕਰ ਰਿਹਾ, ਬਾ ਕਮਾਲ ਕੰਮ ਕਰ ਰਿਹਾ। ਜਿੰਨੀ ਕੁ ਵੀ ਉਹਨਾਂ ਦੀ ਆਪਣੇ ਹਿਸਾਬ ਨਾਲ ਜੋ ਵੀ ਸਮਝ ਦੇ ਅਕੋਰਡਿੰਗ, ਚਾਹੇ ਉਹ ਜਾ ਕੇ ਜਿਹੜੇ ਕਾਲੀ ਸਿਆਹੀ ਮਲ ਦਿੰਦੇ ਆ ਬੋਰਡਸ ਦੇ ਉੱਪਰ, ਉਸ ਤੋਂ ਬਾਅਦ ਉਹਨਾਂ ਦੇ ਉੱਤੇ ਵਿਚਾਰਿਆਂ ਦੇ ਉੱਤੇ ਪਰਚੇ ਵੀ ਹੁੰਦੇ ਆ, ਪਰ ਉਹ ਉਹਨਾਂ ਦੀ ਆਪਣਾ ਇੱਕ ਮੂਵਮੈਂਟ ਖੜੀ ਕਰ ਰਹੇ। ਉਹ ਕਿਉਂ ਕਰ ਰਹੇ ਆ? ਕਿਉਂ ਰੌਲਾ ਪਾ ਰਹੇ ਆ ਕਿ ਤੁਹਾਡੇ ਸਕੂਲਾਂ ਦੇ ਵਿੱਚੋਂ ਪੰਜਾਬੀ ਭਾਸ਼ਾ ਬਾਹਰ ਕੱਢੀ ਜਾ ਰਹੀ ਆ? ਇਹ ਗੱਲ ਆਪਾਂ ਪਿਛਲੇ ਹਫਤੇ ਵੀ ਕੀਤੀ ਸੀ, ਪਿਛਲੇ ਐਪੀਸੋਡ ਵਿੱਚ ਵੀ ਕੀਤੀ ਸੀਗੀ, ਪਰ ਇਹਨੂੰ ਅੱਜ ਆਪਾਂ ਥੋੜ੍ਹਾ ਡਿਟੇਲ ਦੇ ਵਿੱਚ ਜਾਣਾਂਗੇ। ਅਗਲਾ ਸਵਾਲ ਜਿਹੜਾ ਹੈ ਉਹ ਹੈ ਪੰਜਾਬੀ ਅਤੇ ਗੁਰਮੁਖੀ ਵਿੱਚ ਅੰਤਰ ਕੀ ਹੈ? ਇਹ ਇੰਪੋਰਟੈਂਟ ਕੁਐਸਚਨ ਹੈ ਕਿ ਜਦੋਂ ਮੈਂ ਪਹਿਲਾਂ ਵੀ ਬੋਲ ਚੁੱਕੀ ਕਿ ਜਦੋਂ ਅਸੀਂ ਭਾਸ਼ਾ ਬਚਾਉਣ ਦੀ ਗੱਲ ਕਰ ਰਹੇ ਹੁੰਦੇ ਹਾਂ, ਦਰਅਸਲ ਅਸੀਂ ਲਿਪੀ ਬਚਾਉਣ ਦੀ ਗੱਲ ਕਰ ਰਹੇ ਹੁੰਦੇ ਹਾਂ। ਪਰ ਇਹਦੇ ਵਿੱਚ ਫ਼ਰਕ ਕੀ ਹੈ? ਜਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬੀ ਭਾਸ਼ਾ ਨੂੰ ਸੰਭਾਲੋ, ਤਾਂ ਮੈਂ ਕਹਿੰਦੀ ਹਾਂ ਗੁਰਮੁਖੀ ਲਿਪੀ ਨੂੰ ਸੰਭਾਲੋ, ਤੇ ਇਹਨਾਂ ਦੋਵਾਂ ਗੱਲਾਂ ਦੇ ਵਿੱਚ ਫ਼ਰਕ ਕੀ ਹੈ? ਅਗਲਾ ਸਵਾਲ ਜਿਹੜਾ ਹੈ ਉਹ ਹੈ ਗੁਰਮੁਖੀ ਦੀ ਸੰਭਾਲ ਕਿਉਂ ਜ਼ਰੂਰੀ ਹੈ? ਇਹ ਬੇਸ਼ੱਕ ਜਿਹੜਾ ਦੂਸਰਾ ਪ੍ਰਸ਼ਨ ਸੀਗਾ ਇਹ ਉਹਦੇ ਨਾਲ ਹੀ ਲੱਗਦਾ ਰਲਦਾ ਮਿਲਦਾ, ਪਰ ਇਹ ਥੋੜ੍ਹਾ ਜਿਹਾ ਕਿਉਂਕਿ ਗੁਰਮੁਖੀ ਹੈ ਔਰ ਇਕਲੌਤੀ, ਜਿੱਥੋਂ ਤੱਕ ਮੈਨੂੰ ਸਮਝ ਆਉਂਦੀ ਹੈ ਕਿ ਸਾਡੀ ਸਿੱਖਾਂ ਦੀ ਹੀ ਇਕਲੌਤੀ ਕੌਮ ਹੈ ਜਿਹਦੇ ਪੈਗੰਬਰ ਨੇ ਨਾ ਸਿਰਫ ਆਪਣੀ ਦੇਖ ਰੇਖ ਦੇ ਵਿੱਚ ਗ੍ਰੰਥ ਦੀ ਰਚਨਾ ਕੀਤੀ, ਬਲਕਿ ਉਸ ਗ੍ਰੰਥ ਨੂੰ ਕਿਸ ਲਿਪੀ ਦੇ ਵਿੱਚ ਲਿਖਿਆ ਜਾਣਾ ਹੈ, ਉਹਦੇ ਅੱਖਰਾਂ ਦੀ ਤਰਤੀਬ ਕੀ ਹੋਣੀ ਹੈ, ਇਹ ਵੀ ਉਸ ਪੈਗੰਬਰ ਨੇ ਆਪਣੀ ਦੇਖ ਰੇਖ ਦੇ ਵਿੱਚ ਨਾ ਸਿਰਫ ਬਣਾਏ ਬਲਕਿ ਬੱਚਿਆਂ ਨੂੰ ਸਿਖਾਇਆ ਵੀ। ਸੋ ਗੁਰਮੁਖੀ ਸਾਡੇ ਲਈ ਕਿੰਨੀ ਇੰਪੋਰਟੈਂਟ ਆ, ਇਹਦੀ ਸਾਨੂੰ ਇੰਪੋਰਟੈਂਟ ਸਮਝਣੀ ਪਊਗੀ। ਜੇ ਸਿੱਖਾਂ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮਾਈਨਸ ਕਰ ਦਿੱਤਾ ਜਾਵੇ ਤਾਂ ਸਿੱਖ ਰਹਿ ਨਹੀਂ ਜਾਂਦੇ, ਸਿੱਖਾਂ ਦੀ ਹਸਤੀ ਹੋਂਦ ਸਭ ਮਿਟ ਜਾਂਦੀ ਹੈ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ ਪਹੁੰਚਣ ਦੇ ਲਈ ਗੁਰਮੁਖੀ ਹੀ ਇੱਕ ਜ਼ਰੀਆ ਹੈ। ਸੋ ਇਸ ਕਰਕੇ ਜਦੋਂ ਆਪਾਂ ਗੁਰਮੁਖੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਿਸੇ ਆਮ ਲਿਪੀ ਦੀ ਗੱਲ ਨਹੀਂ ਕਰ ਰਹੇ। ਉਹ ਇੱਕ ਆਮ ਲਿਪੀ ਨਹੀਂ ਹੈ ਕਿ ਜਿਹਨੂੰ ਕੋਈ ਖਤਰਾ ਪੈ ਗਿਆ ਤੇ ਆਪਾਂ ਉਹਨਾਂ ਨੂੰ ਸੰਭਾਲਣਾ ਹੈ, ਨਹੀਂ। ਉਹ ਉਨੀ ਕੁ ਸੀਮਾ ਦੇ ਵਿੱਚ ਬੱਝੀ ਹੋਈ ਗੱਲ ਨਹੀਂ ਆ, ਉਹ ਗੱਲ ਕਿਤੇ ਵੱਡੀ ਆ। ਉਹ ਸਵਾਲ ਸਾਡੀ ਹੋਂਦ ਦਾ ਹੈ, ਉਹ ਸਵਾਲ ਸਾਡੀ ਕਲਚਰਲ ਕਲੈਕਟਿਵਨੈਸ ਦਾ ਹੈ, ਸਾਡੀ ਆਪਣੀਆਂ ਜੋ ਸਾਡੀ ਸੱਭਿਅਤਾ ਹੈ, ਜੋ ਪੰਜਾਬੀ ਦੀ ਸੱਭਿਅਤਾ ਨਹੀਂ, ਜੋ ਸਿੱਖਾਂ ਦੀ ਸੱਭਿਅਤਾ ਹੈ। ਸਿੱਖਾਂ ਦੀ ਸੱਭਿਅਤਾ ਦੇ ਵਾਸਤੇ ਗੁਰਮੁਖੀ ਲਿਪੀ ਬਹੁਤ ਜ਼ਰੂਰੀ ਹੈ। ਹੁਣ ਇਹਨੂੰ ਆਪਾਂ ਅੱਜ ਇਹਦੇ ਵਿੱਚ ਹੀ ਡਿਸਕਸ਼ਨ ਦੇ ਵਿੱਚ ਅੱਗੇ ਲੈ ਕੇ ਆਵਾਂਗੇ। ਇਸ ਤੋਂ ਪਹਿਲਾਂ ਕਿ ਆਪਾਂ ਇਹਨਾਂ ਸਵਾਲਾਂ ਵੱਲ ਵਧੀਏ, ਇੱਕ ਕੁਇਕ ਰੀਕੈਪ ਜਿਹੜੇ ਅੱਜ ਨਵੇਂ ਸਰੋਤੇ ਆਪਣੇ ਨਾਲ ਜੁੜੇ ਹੋਣਗੇ ਉਹਨਾਂ ਵਾਸਤੇ, ਜਿਹੜੇ ਮੈਂ ਪਹਿਲੇ 3 ਸਵਾਲ ਕੀਤੇ ਸੀਗੇ ਉਹਨਾਂ ਦਾ ਜੋ ਪਿਛਲੇ ਆਪਾਂ ਹਫਤੇ ਜਵਾਬ ਦੇ ਚੁੱਕੀ ਹੈ, ਕੁਇਕ ਰੀਕੈਪ ਮੈਂ ਦੇਣਾ ਜ਼ਰੂਰੀ ਸਮਝਦੀ ਹਾਂ। ਪਹਿਲਾ ਸਵਾਲ ਕਿ ਭਾਸ਼ਾ ਹੈ ਕੀ? ਮੈਂ ਇਹ ਪਿਛਲੀ ਵਾਰੀ ਡਿਸਕਸ ਕੀਤਾ ਸੀ ਕਿ ਭਾਸ਼ਾ ਜਿਹੜੀ ਹੁੰਦੀ ਹੈ ਉਹ ਬੇਸਿਕਲੀ ਸਿੰਬਲਸ ਜਿਹੜੇ ਨੇ, ਜੋ ਕੁਛ ਭਾਵ ਨੇ ਉਹਨਾਂ ਨੂੰ ਕੋਡ ਕਰਕੇ ਸਿੰਬਲਸ ਦੇ ਵਿੱਚ ਆਪਾਂ ਦੱਸਦੇ ਹਾਂ। ਕਿਸੇ ਲਈ ਟੇਬਲ ਹੁੰਦਾ ਹੈ ਤੇ ਕਿਸੇ ਲਈ ਮੇਜ਼ ਹੁੰਦਾ ਹੈ। ਵਸਤੂ ਇੱਕੋ ਹੀ ਹੈ, ਚੀਜ਼ ਇੱਕੋ ਹੀ ਹੈ, ਪਰ 2 ਅਲੱਗ-ਅਲੱਗ ਕੋਡਸ ਦੇ ਨਾਲ ਉਹਨੂੰ ਪਹਿਚਾਣਿਆ ਜਾ ਰਿਹਾ। ਕਿਸੇ ਲਈ ਟੇਬਲ ਹੈ, ਕਿਸੇ ਲਈ ਮੇਜ਼ ਹੈ। ਹੁਣ ਉਹ ਜਿਹੜੀ ਭਾਸ਼ਾ ਹੈ ਤਾਂ ਉਹ ਬੇਸਿਕਲੀ ਭਾਸ਼ਾ ਦੇ ਵਿੱਚ ਆਇਆ ਕੀ? ਉਹ ਜਿਹੜੇ ਕੋਡਸ ਦੇ ਵਿੱਚ, ਜੋ ਸਿੰਬਲ ਦੇ ਵਿੱਚ ਸਾਨੂੰ ਚੀਜ਼ਾਂ ਦੱਸੀਆਂ ਜਾਂਦੀਆਂ, ਜੋ ਇੱਕ ਮਾਨਵ ਸੱਭਿਅਤਾ ਜਾਂ ਕਹੀਏ ਕਿ ਜਿੱਥੇ ਦੀ ਵੀ ਸਿਵਲਾਈਜੇਸ਼ਨ ਹੋਵੇ, ਉਹ ਆਪਣੇ ਸਿੰਬਲ ਸਿਰਜਦੀ ਹੈ। ਪੰਜਾਬ ਦੇ ਖਿੱਤੇ ਦੇ ਲੋਕਾਂ ਦੇ ਆਪਣੇ ਸਿੰਬਲਸ ਨੇ, ਯੂਰਪ ਦੇ ਲੋਕਾਂ ਦੇ ਆਪਣੇ ਸਿੰਬਲਸ ਨੇ, ਯੂਰਪ ਵਿੱਚ ਵੀ ਕਈ ਤਰ੍ਹਾਂ ਦੇ, ਹੁਣ ਫਰਾਂਸ ਦੇ ਲੋਕਾਂ ਦੇ ਆਪਣੇ ਸਿੰਬਲਸ ਨੇ, ਜਰਮਨ, ਸਪੈਨਿਸ਼, ਹਰ ਕਿਸੇ ਦੇ ਆਪਣੇ ਸਿੰਬਲਸ ਨੇ। ਸੋ ਜਿਹੜੀ ਭਾਸ਼ਾ ਹੁੰਦੀ ਆ ਸਿਰਫ ਗੱਲਬਾਤ ਕਰਨ ਦਾ ਜ਼ਰੀਆ ਨਹੀਂ ਹੁੰਦੀ। ਭਾਸ਼ਾ ਦੇ ਵਿੱਚ ਬਹੁਤ ਬਰੀਕੀ ਨਾਲ ਤੁਹਾਡੀ ਜਿਹੜੇ ਖਿੱਤੇ ਦੀ ਕਲੈਕਟਿਵ ਕੌਨਸ਼ੀਅਸਨੈਸ ਵੀ ਬੱਝੀ ਹੁੰਦੀ ਹੈ। ਫੋਰ ਐਨ ਐਗਜ਼ਾਮਪਲ, ਮੈਂ ਜਦੋਂ ਮੇਜ਼ ਕਹੂੰਗੀ ਤੇ ਜਿਹੜੇ ਲੋਕ ਪੰਜਾਬ ਦੇ ਖਿੱਤੇ ਨਾਲ ਜੁੜੇ ਹੋਏ ਆ ਉਹ ਇਮੀਡੀਏਟਲੀ ਉਸ ਕੋਡ ਨੂੰ ਸਮਝ ਜਾਣਗੇ ਔਰ ਕਹਿਣਗੇ ਕਿ ਅੱਛਾ ਇਸ ਚੀਜ਼ ਦੀ ਗੱਲ ਕੀਤੀ ਜਾ ਰਹੀ ਹੈ। ਪਰ ਉਹ ਗੱਲ ਸਪੇਨ ਵਾਲੇ ਲੋਕ ਨਹੀਂ ਸਮਝਣਗੇ, ਕਿਉਂਕਿ ਸਪੇਨ ਵਾਲੇ ਲੋਕਾਂ ਦੇ ਲਈ ਉਹਦਾ ਜਿਹੜਾ ਸਿੰਬਲ ਆ ਕੁਝ ਹੋਰ ਹੈ। ਹੁਣ ਇਹਦੇ ਨਾਲ ਬਣਿਆ ਕੀ? ਜਿਹੜੇ ਲੋਕ ਮੇਰੀ ਗੱਲ ਸਮਝਣ ਦੇ ਲਾਇਕ ਹੋ ਗਏ, ਯਾਨੀ ਕਿ ਆਪਾਂ ਕਹੀਏ ਕਿ ਜਿਹੜੇ ਪੰਜਾਬ ਦੇ ਲੋਕ ਇਹ ਗੱਲ ਮੇਰੀ ਸਮਝ ਗਏ ਕਿ ਹਾਂ ਇਸ ਚੀਜ਼ ਬਾਰੇ ਨੂੰ ਮੇਜ਼ ਕਿਹਾ ਜਾ ਰਿਹਾ ਹੈ, ਉਹ ਮੇਰੇ ਆਪਣੇ ਹੋ ਗਏ।
ਉਹ ਸਾਡੀ ਇੱਕ ਜਿਹੜੀ ਕਲੈਕਸ਼ਨ ਜਾਂ ਆਪਾਂ ਕਹੀਏ ਕਲੈਕਟਿਵ ਕੌਨਸ਼ੀਅਸਨੈਸ ਖੜੀ ਹੋ ਗਈ ਕਿ ਇਹ ਸਾਡੇ ਆ, ਇਹਨਾਂ ਨੂੰ ਮੇਰੀ ਗੱਲ ਸਮਝ ਆਉਂਦੀ ਆ, ਮੈਂ ਉਹ ਕੁਛ ਵੀ ਬੋਲੂੰਗੀ ਉਹਨਾਂ ਨੂੰ ਸਮਝ ਆਊਗਾ, ਉਹਨਾਂ ਦੀ ਗੱਲ ਮੈਨੂੰ ਸਮਝ ਆਊਗੀ। ਜਿਹੜੇ ਸਪੇਨ ਵਾਲੇ ਲੋਕ ਆ ਜੋ ਮੇਰੀ ਇਸ ਗੱਲ ਨੂੰ ਸਮਝ ਨਹੀਂ ਪਾਏ ਕਿਉਂਕਿ ਉਹਨਾਂ ਦੇ ਇਹ ਸਿੰਬਲ ਹੀ ਨਹੀਂ ਹੈ, ਉਹ ਫਿਰ ਮੇਰੇ ਲਈ ਥੋੜ੍ਹੇ ਬੇਗਾਨੇ ਹੋ ਜਾਣਗੇ, ਉਹ ਥੋੜ੍ਹੇ ਦੂਰ ਹੋ ਜਾਣਗੇ ਮੇਰੇ ਤੋਂ। ਸੋ ਜਦੋਂ ਆਪਾਂ ਕਿਸੇ ਕੌਮੀਅਤ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਕਿਸੇ ਚੀਜ਼ ਨੂੰ ਇੱਕ ਸਾਰ ਕਰਨ ਦੀ ਗੱਲ ਕਰਦੇ ਹਾਂ, ਇੱਕ ਗੰਢ ਵਿੱਚ ਬੰਨ੍ਹਣ ਦੀ ਗੱਲ ਕਰਦੇ ਹਾਂ, ਤਾਂ ਉਦੋਂ ਬੇਸਿਕਲੀ ਇੱਕ ਭਾਸ਼ਾ ਦਾ ਹੋਣਾ ਬੜਾ ਜ਼ਰੂਰੀ ਹੈ। ਇਹੀ ਕਾਰਨ ਹੈ ਕਿ ਜਦੋਂ ਪਿੱਛੇ ਜੇ ਰੌਲਾ ਪਿਆ ਸੀ ਕਿ ਹਿੰਦੀ ਸਾਰੇ ਪਾਸੇ ਇੰਪੋਜ਼ ਕਰ ਦਿਓ, ਤਾਂ ਬਕਾਇਦਾ ਕਈ ਲੋਕਾਂ ਨੇ ਉੱਠ ਕੇ, ਕਈ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਗਿਆਨੀ ਧਿਆਨੀ ਵੀ ਮੰਨਦੇ, ਉਹਨਾਂ ਨੇ ਵੀ ਕਿਹਾ ਸੀਗਾ ਕਿ ਹਿੰਦੀ ਜਿਹੜੀ ਉਹ ਇੱਕ ਭਾਸ਼ਾ ਜ਼ਰੂਰ ਹੋਣੀ ਚਾਹੀਦੀ ਹੈ। ਪਰ ਸਾਨੂੰ ਇਹ ਸਮਝਣਾ ਪੈਣਾ ਹੈ ਕਿ ਕਿਆ ਸਾਡੀ ਜਿਹੜੀ ਸਾਡੀ ਜੋ ਪੰਜਾਬੀਆਂ ਦੀ ਜੋ ਸੱਭਿਅਤਾ ਹੈ, ਕਿਆ ਉਹ ਹਿੰਦੁਸਤਾਨ ਦੇ ਨਾਲ ਰਲਦੀ ਹੈ? ਸਾਨੂੰ ਇਹ ਸਮਝਣਾ ਪੈਣਾ। ਇਸ ਕਰਕੇ ਹਿੰਦੁਸਤਾਨੀਆਂ ਦੀ ਹਿੰਦੁਸਤਾਨ ਪੂਰੇ ਖਿੱਤੇ ਦੀ ਭਾਸ਼ਾ ਕੁਛ ਵੀ ਹੋਵੇ, ਪਰ ਪੰਜਾਬੀਆਂ ਦੀ ਜਿਹੜੀ ਮੁੱਖ ਭਾਸ਼ਾ ਉਹ ਪੰਜਾਬੀ ਹੀ ਰਹੂਗੀ, ਕਿਉਂਕਿ ਸਾਡੀ ਸੱਭਿਅਤਾ, ਸਾਡਾ ਜਿਹੜਾ ਪੰਜਾਬੀਆਂ ਦੀ ਇੱਕ ਅਲੱਗ ਵਿਰਸਾ ਹੈ, ਉਹ ਵੱਖਰਾ ਆ, ਉਹ ਉਸ ਖਿੱਤੇ ਦਾ ਵੱਖਰਾ। ਇਸੇ ਤਰੀਕੇ ਨਾਲ ਤਮਿਲਨਾਡੂ ਦਾ ਵੱਖਰਾ। ਹੁਣ ਤਮਿਲਨਾਡੂ ਦੇ ਉੱਤੇ ਹਿੰਦੀ ਨਹੀਂ ਥੋਪੀ ਜਾ ਸਕਦੀ, ਉਹਨਾਂ ਨੂੰ ਆਪਣੀ ਭਾਸ਼ਾ ਦੇ ਵਿੱਚ ਹੀ ਰਹਿਣਾ ਪਊਗਾ, ਕਿਉਂਕਿ ਉਹ ਉਹਨਾਂ ਹੀ ਕੋਡਸ ਦੇ ਵਿੱਚ ਸਮਝਦੇ ਨੇ ਇੱਕ ਦੂਸਰੇ ਨੂੰ। ਹੁਣ ਅਗਲਾ ਜਿਹੜਾ ਸਵਾਲ ਸੀ ਉਹ ਇਹ ਸੀਗਾ ਕਿ ਕਿਆ ਭਾਸ਼ਾਵਾਂ ਮਰਦੀਆਂ ਨੇ? ਤਾਂ ਮੈਂ ਇਹਦੇ ਉੱਤੇ ਇੱਕ ਕਿਤਾਬ ਦਾ ਜ਼ਿਕਰ ਵੀ ਕੀਤਾ ਸੀ, ਡੇਵਿਡ ਗੈਡਰੋਲ ਦੀ ਗੱਲ ਦਾ ਜ਼ਿਕਰ ਵੀ ਕੀਤਾ ਸੀ। ਕਿਤਾਬ ਦਾ ਨਾਮ ਮੈਂ ਫਿਰ ਬੋਲ ਦਊਂਗੀ, ਵੈਨ ਲੈਂਗੁਏਜਿਸ ਡਾਈ, The Extinction of the World's Languages and the Erosion of Human Knowledge by K. David Harrison, Oxford University Press ਦੀ ਛਾਪੀ ਹੋਈ 2007 ਦੇ ਵਿੱਚ ਇਹ ਕਿਤਾਬ ਹੈ। ਹੁਣ ਉਸ ਬੁੱਕ ਦੇ ਵਿੱਚ ਬਕਾਇਦਾ ਇਹ ਗੱਲ ਲਿਖੀ ਜਾਂਦੀ ਆ ਕਿ 7000 ਭਾਸ਼ਾਵਾਂ ਜੋ ਬੋਲੀਆਂ ਜਾਂਦੀਆਂ ਨੇ, 2050 ਯਾਨੀ ਕਿ 2050 ਤੱਕ ਇਹਨਾਂ ਵਿੱਚੋਂ 90% ਭਾਸ਼ਾਵਾਂ ਜਿਹੜੀਆਂ ਨੇ ਉਹ ਐਕਸਟਿੰਕਟ ਹੋ ਜਾਣਗੀਆਂ, ਖਤਮ ਹੋ ਜਾਣਗੀਆਂ। ਸੋ ਭਾਸ਼ਾਵਾਂ ਮਰਦੀਆਂ ਨੇ। ਜੇ ਆਪਾਂ 7000 ਚੋਂ 90% ਕੱਟ ਦਈਏ ਤਾਂ ਸਾਰੀਆਂ 700 ਬਚੀਆਂ, 700 ਭਾਸ਼ਾਵਾਂ ਬਚ ਜਾਣੀਆਂ। ਹੁਣ ਇਹਨੂੰ ਗੱਲ ਨੂੰ ਆਪਾਂ ਸਮਝੀਏ ਕਿ, ਔਰ ਇਹ ਗੱਲ ਪਿਛਲੇ ਹਫ਼ਤੇ ਵੀ ਕੀਤੀ ਸੀਗੀ ਕਿ ਜਦੋਂ ਭਾਸ਼ਾ ਮਰਦੀ ਹੈ ਤਾਂ ਉਹਦੇ ਨਾਲ ਮਰਦਾ ਕੀ ਹੈ। ਉਹ ਜਿਹੜੇ 7000 ਭਾਸ਼ਾਵਾਂ ਨੂੰ ਬੋਲਣ ਵਾਲੇ ਲੋਕ ਨੇ, ਜਿਨ੍ਹਾਂ ਵਿੱਚੋਂ 6300 ਜਿਹੜੀਆਂ ਹੈਗੀਆਂ 6300 ਉਹ ਮਾਈਨਸ ਹੋ ਜਾਣਗੀਆਂ, ਉਹ ਡਿਲੀਟ ਹੋ ਜਾਣਗੀਆਂ, ਅਤੇ ਉਹਦੇ ਨਾਲ ਉਹਨਾਂ ਲੋਕਾਂ ਦਾ ਆਪਣਾ ਇਤਿਹਾਸ ਕੀ ਸੀ ਉਹ ਮਰ ਜੂਗਾ। ਉਹਨਾਂ ਲੋਕਾਂ ਦੇ ਅੱਗੇ ਚੱਲਣ ਦੀਆਂ ਜਾਂ ਉਹਨਾਂ ਦਾ ਕਲਚਰ ਕੀ ਸੀ, ਉਹਨਾਂ ਦੀ ਪੋਲੀਟਿਕਸ ਕੀ ਸੀ, ਉਹਨਾਂ ਦੀ ਹਿਸਟਰੀ ਕੀ ਸੀ, ਉਹ ਸਭ ਕੁਛ ਖਤਮ ਹੋ ਜੂਗਾ ਉਹਨਾਂ ਭਾਸ਼ਾਵਾਂ ਦੇ ਖਤਮ ਹੋਣ ਦੇ ਨਾਲ ਹੀ। ਹੁਣ ਬਹੁਤ ਸਾਰੇ ਲੋਕ ਇਹ ਸਵਾਲ ਕਰ ਦਿੰਦੇ, ਨਹੀਂ ਜੀ ਜਦੋਂ ਭਾਸ਼ਾ ਖਤਮ ਹੁੰਦੀ ਹੈ ਤਾਂ ਕੋਈ ਨਵੀਂ ਭਾਸ਼ਾ ਵੀ ਆ ਜਾਂਦੀ ਹੈ। ਤਾਂ ਉਹਨਾਂ ਲੋਕਾਂ ਨੇ ਆਪਣਾ ਇਤਿਹਾਸ ਉਸ ਭਾਸ਼ਾ ਵਿੱਚ ਵੀ ਲਿਖਿਆ ਹੁੰਦਾ। ਇੱਥੇ ਮੈਂ ਡੇਵਿਡ ਓਲੋਸੋਗਾ ਦੀ ਗੱਲ ਨੂੰ ਕੋਟ ਕਰੂੰਗੀ। ਡੇਵਿਡ ਓਲੋਸੋਗਾ ਦੀ ਕਿਤਾਬ ਹੈ ਬਲੈਕ ਐਂਡ ਬ੍ਰਿਟਿਸ਼। ਉਹ ਬਕਾਇਦਾ ਲਿਖਦੇ ਨੇ ਕਿ ਜਿਹੜੇ ਲੋਕ ਤਾਂ ਜਿਹੜੇ ਅਫਰੀਕਨ ਜਾਂ ਕੈਰੇਬੀਅਨ ਲੋਕ ਜੋ ਸਲੇਵਰੀ ਦੇ ਵਿੱਚ UK ਦੇ ਵਿੱਚ ਆਏ, ਇੰਗਲੈਂਡ ਦੇ ਵਿੱਚ ਆਏ ਜਾਂ ਅਮਰੀਕਾ ਦੇ ਵਿੱਚ ਗਏ, ਜਿਹੜੇ ਤਾਂ ਉਹਨਾਂ ਵਿੱਚੋਂ ਪੜ੍ਹ ਕੇ ਹੋਰ ਕੋਈ ਭਾਸ਼ਾ ਬੋਲ ਸਕੇ, ਉਹਨਾਂ ਨੇ ਤਾਂ ਆਪਣੀਆਂ ਗੱਲਾਂ ਰੱਖ ਦਿੱਤੀਆਂ, ਪਰ ਜੋ ਨਹੀਂ ਬੋਲ ਪਾਏ ਉਹ ਖਤਮ ਹੋ ਗਏ, ਉਹਨਾਂ ਦੀ ਆਵਾਜ਼ ਹੀ ਖਤਮ ਹੋ ਗਈ। ਇੱਕ ਕਿਤਾਬ ਹੈ ਵੈਨਿਸ਼ਿੰਗ ਵੌਇਸਿਸ। ਇਹ ਜਿਹੜੀਆਂ ਕਿਤਾਬਾਂ ਦਾ ਮੈਂ ਜ਼ਿਕਰ ਕਰਦੀ ਹੁੰਦੀ ਹਾਂ ਨਾ, ਉਹਨਾਂ ਨੂੰ ਬਹੁਤਾ ਜੇ ਨਾ ਵੀ ਤੁਸੀਂ ਪੜ੍ਹੋ ਅਤੇ ਸਟਿਲ ਗੂਗਲ ਕਰਕੇ ਚੈੱਕ ਜ਼ਰੂਰ ਕਰ ਲਿਆ ਕਰੋ ਕਿ ਇਹ ਕਿਤਾਬ ਦੇ ਵਿੱਚ ਹੈ ਕਿ ਇੱਕ ਓਵਰਵਿਊ ਜਾਂ ਜ਼ਰੂਰ ਦੇਖ ਲਿਆ ਕਰੋ, ਕੰਮ ਆਉਂਦੀਆਂ ਹੁੰਦੀਆਂ। ਸੋ ਵੈਨਿਸ਼ਿੰਗ ਵੌਇਸਿਸ ਦੇ ਵਿੱਚ ਹੈ ਹੀ ਇਹ ਸਾਰਾ ਕੁਝ ਕਿ ਜਦੋਂ ਭਾਸ਼ਾਵਾਂ ਮਰ ਜਾਂਦੀਆਂ ਨੇ ਤਾਂ ਵੌਇਸਿਸ ਖਤਮ ਹੋ ਜਾਂਦੀਆਂ ਨੇ। ਤੁਹਾਡਾ ਹਿਸਟਰੀ ਕੀ ਸੀ, ਤੁਸੀਂ ਕੀ ਕਰਦੇ ਸੀ, ਤੁਸੀਂ ਕੌਣ ਲੋਕ ਸੀ, ਤੁਹਾਡੀ ਆਈਡੈਂਟੀਟੀ ਕੀ ਸੀ, ਉਹ ਸਾਰੀਆਂ ਖਤਮ ਹੋ ਜਾਂਦੀਆਂ ਨੇ। ਹੁਣ ਇਹਦੇ 'ਚ ਇੱਕ ਐਗਜ਼ਾਮਪਲ ਵੀ ਹੈਗੀ ਆ, ਖੈਰ ਉਹ ਆਪਾਂ ਅਗਲੇ ਜਿਹੜਾ ਕੁਐਸਚਨ ਆ ਅਗਲੇ ਆਨਸਰ ਦੇ ਵਿੱਚ ਡਿਸਕਸ ਕਰਾਂਗੇ। ਹੁਣ ਅਗਲਾ ਸਵਾਲ ਸੀਗਾ ਕਿ ਭਾਸ਼ਾਵਾਂ ਮਰਦੀਆਂ ਕਿਵੇਂ ਨੇ, ਇਹ ਕਿਵੇਂ ਹੋ ਜਾਂਦਾ ਕਿ ਕੋਈ ਭਾਸ਼ਾ ਮਰ ਗਈ? ਤਾਂ ਇਹਦਾ ਮੈਂ ਐਜ਼ ਇਟ ਇਜ਼ ਹੂ ਰੀਡ ਕਰੂੰਗੀ। ਉਹ ਲਿਖਦੇ ਨੇ, ਮੋਸਟ ਲੈਂਗੁਏਜਿਸ though die out gradually as successive generations of speakers become bilingual and then begin to lose proficiency in their traditional languages. This often happens when speakers seek to learn a more prestigious language in order to gain social and economic advantage or to avoid discrimination.
ਹੁਣ ਆਹ ਜਿਹੜੀ ਚੀਜ਼ ਹੈ, ਇਹ ਜਿਹੜੀ ਲਾਈਨ ਮੈਂ ਪੜ੍ਹੀ ਹੈ, ਇਹ ਸਾਰਾ ਕੁਛ ਹੀ ਆਪਣੇ ਆਪ ਦੇ ਵਿੱਚ ਦੱਸਦੀ ਹੈ ਕਿ ਕਿੱਦਾਂ ਭਾਸ਼ਾਵਾਂ ਮਰ ਜਾਂਦੀਆਂ ਨੇ। ਉਹ ਕਹਿੰਦੇ ਨੇ ਕਿ ਜਦੋਂ ਲੋਕ ਬਾਇਲਿੰਗੁਅਲ ਹੋ ਜਾਂਦੇ, ਯਾਨੀ ਕਿ 2 ਭਾਸ਼ਾਵਾਂ ਦੇ ਬੋਲਣ ਵਾਲੇ ਹੋ ਜਾਂਦੇ ਆ। ਵੈਸੇ ਮੈਂ ਆਪਣੇ ਨਿੱਜੀ ਤੌਰ ਦੇ ਉੱਤੇ ਪੋਲੀਗਲੋਟ ਹੁਣ ਨੂੰ ਬੜਾ ਮੇਰਾ ਮਨ ਵੀ ਹੈ, ਔਰ ਮੈਂ ਇਹਨੂੰ ਪ੍ਰਮੋਟ ਵੀ ਕਰਦੀ ਹੁੰਦੀ ਹਾਂ ਕਿ ਬੰਦੇ ਨੂੰ ਸਿਰਫ 2 ਨਹੀਂ, ਕਈ ਭਾਸ਼ਾਵਾਂ ਆਉਣੀਆਂ ਚਾਹੀਦੀਆਂ ਹੁੰਦੀਆਂ, ਪੋਲੀਗਲੋਟ ਹੋਣਾ ਚਾਹੀਦਾ ਆ। ਮੈਨੂੰ ਖੁਦ ਨੂੰ ਭਾਸ਼ਾਵਾਂ ਸਿੱਖਣ ਦਾ ਬਹੁਤ ਸ਼ੌਂਕ ਆ, ਜਿੰਨੀਆਂ ਵੀ ਭਾਸ਼ਾਵਾਂ ਆਉਣ ਤਾਂ ਉਹਨਾਂ ਬਹੁਤ ਵਧੀਆ ਆ। ਪਰ ਜੋ ਇੱਥੇ ਕਿਹਾ ਜਾ ਰਿਹਾ ਹੁਣ ਇੱਥੇ, ਕਿਉਂਕਿ ਬਾਇਲਿੰਗੁਅਲ ਦੀ ਗੱਲ ਤਾਂ ਕੀਤੀ ਹੈ ਕਿਉਂਕਿ ਰਾਈਟਰ ਜਿਨ੍ਹਾਂ ਲੋਕਾਂ ਦੀ ਗੱਲ ਕਰ ਰਿਹਾ ਹੈ ਉਹ ਜਾਂ ਤਾਂ ਆਪਣੀ ਭਾਸ਼ਾ ਬੋਲਦੇ ਸੀ ਅਤੇ ਜਾਂ ਫਿਰ ਅੰਗਰੇਜ਼ੀ ਬੋਲਦੇ ਸੀ, ਇਸ ਕਰਕੇ ਉਹਨੇ ਬਾਇਲਿੰਗੁਅਲ ਕਿਹਾ। ਹੁਣ ਜਿਵੇਂ ਅਸੀਂ ਪੰਜਾਬ ਦੇ ਲੋਕ ਹਾਂ, ਸਾਨੂੰ ਪੰਜਾਬੀ ਵੀ ਆਉਂਦੀ ਹੈ, ਸਾਨੂੰ ਹਿੰਦੀ ਵੀ ਆਉਂਦੀ ਹੈ, ਸਾਨੂੰ ਇੰਗਲਿਸ਼ ਵੀ ਆਉਂਦੀ ਹੈ। ਸੋ ਅਸੀਂ 3 ਭਾਸ਼ਾਵਾਂ ਦੇ ਗਿਆਤਾ ਤੇ ਇਹੀ ਹੋ ਗਏ। ਕੋਸ਼ਿਸ਼ ਕੀਤੀ ਜਾਵੇ ਤਾਂ ਆਪਾਂ ਫਾਰਸੀ ਵੀ ਸਿੱਖੀਏ, ਅਰਬੀ ਵੀ ਸਿੱਖੀਏ, ਕਿਉਂਕਿ ਸਾਡੇ ਬਹੁਤ ਸਾਰੇ ਸਰੋਤ ਜਿਹੜੇ ਨੇ ਉਹ ਫਾਰਸੀ ਅਰਬੀ ਵਿੱਚ ਵੀ ਲਿਖੇ ਹੋਏ ਨੇ। ਪਰ ਜੋ ਹੁਣ ਆਪਾਂ ਇੱਥੇ ਗੱਲ ਕਰਨੀ ਆ ਉਹ ਇਹ ਹੈ ਕਿ ਜਦੋਂ ਲੋਕ ਬਾਇਲਿੰਗੁਅਲ ਹੁੰਦੇ ਨੇ ਤਾਂ ਉਹ ਹੌਲੀ ਹੌਲੀ ਜਿਹੜੀ ਮੋਰ ਪ੍ਰੈਸਟੀਜੀਅਸ, ਇਹ ਵਰਡ ਬੜਾ ਇੰਪੋਰਟੈਂਟ ਹੈ, ਪ੍ਰੈਸਟੀਜੀਅਸ ਹੁਣ ਕਿਹੜੀ ਹੋਈ? ਜਿਹੜੀ ਭਾਸ਼ਾ ਤੁਹਾਨੂੰ ਇਕਨੋਮਿਕ ਗੇਨ ਦਵਾ ਸਕੇ ਜਾਂ ਤੁਹਾਨੂੰ ਡਿਸਕ੍ਰਿਮੀਨੇਸ਼ਨ ਤੋਂ ਬਚਾ ਸਕੇ, ਉਹ ਭਾਸ਼ਾ ਜਦੋਂ ਤੁਸੀਂ ਉਹਨੂੰ ਇੰਬਾਈਬ ਕਰਨਾ ਸ਼ੁਰੂ ਕਰਦੇ, ਉਹਨੂੰ ਆਪਣੇ ਵੱਲ ਲੈਣਾ ਸ਼ੁਰੂ ਕਰਦੇ, ਉਹਨੂੰ ਜਜ਼ਬ ਕਰਨਾ ਸ਼ੁਰੂ ਕਰਦੇ ਆ, ਤਾਂ ਉਸ ਤੋਂ ਬਾਅਦ ਜਿਹੜੀ ਉਹ ਆਪਣੀ ਭਾਸ਼ਾ ਹੁੰਦੀ ਆ ਉਹ ਲੋਕ ਬੋਲਣਾ ਹੌਲੀ ਹੌਲੀ ਬੰਦ ਕਰ ਦਿੰਦੇ ਆ। ਹੁਣ ਉਹ ਇੱਕਦਮ ਬੰਦ ਨਹੀਂ ਕਰਦੇ, ਇਹ ਓਵਰਨਾਈਟ ਕਦੀ ਨਹੀਂ ਹੁੰਦਾ। ਇੰਜ ਨਹੀਂ ਹੁੰਦਾ ਕਿ ਸਵੇਰੇ ਕੋਈ ਕਿਰਨਪ੍ਰੀਤ ਉੱਠੀ ਅਤੇ ਉਹਨੇ ਸੋਚਿਆ ਕਿ ਅੱਜ ਤੋਂ ਬਾਅਦ ਮੈਂ ਸਿਰਫ ਅੰਗਰੇਜ਼ੀ ਬੋਲਣੀ, ਪੰਜਾਬੀ ਨਹੀਂ ਬੋਲਣੀ। ਇੰਜ ਨਹੀਂ ਹੁੰਦਾ। ਕਿੱਦਾਂ ਹੁੰਦਾ ਆ ਕਿ ਅਸੀਂ ਹੌਲੀ ਹੌਲੀ ਅੱਖਰ ਕੱਟਦੇ ਜਾਂਦੇ ਹਾਂ, ਧੁਨੀਆਂ ਕੱਟਦੇ ਜਾਂਦੇ ਹਾਂ। ਅਸੀਂ ਜਿੱਦਾਂ ਮੈਂ ਪਿਛਲੇ ਵਾਰੀ ਵੀ ਗੱਲ ਕੀਤੀ ਸੀਗੀ ਕਿ ਅਸੀਂ ਇੱਕ ਮੈਂ ਪੋਇਮ ਦੀ ਗੱਲ ਕੀਤੀ ਸੀਗੀ ਕਿ ਉਹਦੇ 'ਚ ਉਹਨਾਂ ਨੇ ਭੱਬੇ ਦੀ ਗੱਲ ਹੀ ਕੀਤੀ ਸੀ ਕਿ ਪੰਜਾਬ ਦੇ ਵਿੱਚੋਂ ਭੱਬਾ ਹੀ ਗਾਇਬ ਹੋ ਗਿਆ, ਭੈਣ ਕੋਈ ਕਹਿੰਦਾ ਹੀ ਨਹੀਂ, ਭੈਣ ਜੀ ਹੋ ਗਿਆ, ਭਲਾ ਕੋਈ ਕਹਿੰਦਾ ਹੀ ਨਹੀਂ, ਭਲਾ ਹੋ ਗਿਆ, ਹੈ ਨਾ। ਸੋ ਇਹੋ ਜਿਹੇ ਜਿਹੜੀਆਂ ਧੁਨੀਆਂ ਆਪਾਂ ਗਾਇਬ ਕਰ ਦਿੰਦੇ ਹਾਂ, ਧੁਨੀਆਂ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਅੱਖਰ ਨੇ। ਧੁਨੀਆਂ ਵੀ ਓਬਵੀਅਸਲੀ ਇੰਪੋਰਟੈਂਟ ਆ, ਪਰ ਅੱਖਰ ਨੇ। ਸਾਡੇ 'ਚੋਂ ਬਹੁਤਾਤ ਦੇ ਵਿੱਚ ਲੋਕ ਐਸੇ ਨੇ, ਜਿਨ੍ਹਾਂ ਵਿੱਚੋਂ ਸ਼ਾਇਦ ਮੈਂ ਵੀ ਇੱਕ ਹੋਵਾਂ, ਕਿ ਜਿਹੜੇ 10 ਵਾਕ ਜਿਹੜੇ ਨੇ, ਹੈ ਨਾ, 10 ਸੈਂਟੈਂਸਿਸ ਵੀ ਸ਼ੁੱਧ ਪੰਜਾਬੀ ਦੇ ਨਹੀਂ ਬੋਲ ਸਕਦੇ। ਕਈ ਅੱਖਰ ਐਸੇ ਅੰਗਰੇਜ਼ੀ ਦੇ ਸਾਡੇ ਵਿੱਚ ਆ ਗਏ ਆ ਕਿ ਜਿਨ੍ਹਾਂ ਦੀ ਸਾਨੂੰ ਪੰਜਾਬੀ ਯਾਦ ਹੀ ਨਹੀਂ ਆਉਂਦੀ। ਸੁਸਾਇਟੀ ਨੂੰ ਸਮਾਜ ਕਿਹਾ ਜਾਂਦਾ, ਅਤੇ ਕਈ ਵਾਰੀ ਇਹੀ ਕਿੰਨਾ ਚਿਰ ਕਿਸੇ ਨਾ ਕਹੀਏ ਸੁਸਾਇਟੀ ਦਾ ਮਤਲਬ ਪੰਜਾਬੀ 'ਚ ਕੀ ਹੁੰਦਾ, ਅਤੇ ਕਿੰਨਾ ਚਿਰ ਸੋਚਦੇ ਰਹਿੰਦੇ ਨੇ ਕੀ ਹੁੰਦਾ। ਥੋੜ੍ਹੇ ਦਿਨ ਪਹਿਲਾਂ ਹੀ ਮੈਂ ਕੁਛ ਲਿਖ ਰਹੀ ਸੀ, ਤਾਂ ਇੱਕ ਆਰਟੀਕਲ ਲਿਖਣਾ ਸੀਗਾ, ਅਤੇ ਉਹਦੇ ਵਿੱਚ ਮੈਂ ਆਈਡੀਓਲੋਜੀ ਦੀ ਪੰਜਾਬੀ ਸੋਚਦੀ ਰਹੀ, ਔਰ ਕਿੰਨਾ ਚਿਰ ਦਿਮਾਗ ਲਾ ਕੇ ਮੇਰਾ ਤਕਰੀਬਨ 15 ਮਿੰਟ ਦਿਮਾਗ ਲਾਉਣ ਤੋਂ ਬਾਅਦ ਯਾਦ ਆਇਆ ਕਿ ਵਿਚਾਰਧਾਰਾ ਨੂੰ ਆਈਡੀਓਲੋਜੀ ਕਹਿੰਦੇ ਨੇ। ਸੋ ਇਹ ਸਾਡਾ ਹਾਲ ਹੈ। ਅਸੀਂ ਪਹਿਲਾਂ ਕੋਈ ਵੀ ਹਰ ਭਾਸ਼ਾ ਇੱਦਾਂ ਹੀ ਖਤਮ ਹੁੰਦੀ ਆ, ਪਹਿਲਾਂ ਉਹਦੇ ਵਿੱਚੋਂ ਅੱਖਰ ਜਿਹੜੇ ਨੇ ਉਹ ਡਿਲੀਟ ਕੀਤੇ ਜਾਂਦੇ ਨੇ, ਉਹ ਅੱਖਰਾਂ ਦੀ ਜਗ੍ਹਾ 'ਤੇ ਕੋਈ ਹੋਰ ਭਾਸ਼ਾ ਦੇ ਅੱਖਰ ਲੈ ਜਾਂਦੇ ਨੇ। ਫਿਰ ਇੱਕ ਭਾਸ਼ਾ ਨੂੰ ਪ੍ਰਮੋਟ ਕੀਤਾ ਜਾਂਦਾ ਇਸ ਤਰੀਕੇ ਨਾਲ ਕਿ ਇਹ ਭਾਸ਼ਾ ਬੋਲੋਗੇ ਤਾਂ ਤੁਸੀਂ ਦੁਨੀਆ ਵਿੱਚ ਕਾਮਯਾਬ, ਹਾਂ, ਨਹੀਂ ਤਾਂ ਤੁਸੀਂ ਦੁਨੀਆ ਵਿੱਚ ਕਾਮਯਾਬ ਨਹੀਂ। ਚਾਈਨੀਜ਼ ਲੋਕ ਇਸ ਸਮੇਂ ਦੇ ਉੱਤੇ ਮੈਨੂੰ ਲੱਗਦਾ ਹੈ ਕਿ ਹਰ ਕਿਸੇ ਪੱਖ ਦੇ ਵਿੱਚ ਜ਼ਿਆਦਾ ਕਾਮਯਾਬ ਨੇ, ਹਰ ਕਿਸੇ ਪੱਖ ਦੇ ਵਿੱਚ। ਉਹਨਾਂ ਦੇ ਜਿਹੜੇ ਸਟੂਡੈਂਟ ਵੀ ਇੱਥੇ ਆਉਂਦੇ ਨੇ, ਉਹਨਾਂ ਦੇ ਜਿਹੜੇ ਬੱਚੇ ਇੱਥੇ ਆ ਕੇ ਪੜ੍ਹਦੇ ਨੇ UK ਵਰਗੇ ਦੇਸ਼ ਦੇ ਵਿੱਚ, ਮੇਰੀ ਯੂਨੀਵਰਸਿਟੀ ਵਿੱਚ ਅਕਸਰ ਹੀ ਕਈਆਂ ਨਾਲ ਗੱਲ ਹੋ ਜਾਂਦੀ ਹੈ ਜਿਹੜੇ ਚਾਈਨੀਜ਼ ਲੋਕ ਆਏ ਹੁੰਦੇ ਆ, ਤਾਂ ਉਹਨਾਂ ਸਟੂਡੈਂਟਸ ਨੂੰ ਮੈਂ ਕਹਿੰਦੀ ਹੁੰਦੀ ਤੁਹਾਡਾ ਅੱਗੇ ਫਿਊਚਰ ਪਲਾਨ ਕੀ ਹੈ, ਅਤੇ ਉਹ ਕਹਿੰਦੇ ਬਸ ਅਸੀਂ ਆਪਣਾ ਡਿਗਰੀ ਖਤਮ ਕਰਾਂਗੇ ਅਤੇ ਵਾਪਸ ਜਾਵਾਂਗੇ ਚਾਈਨਾ। ਉਹ ਕਿਉਂ ਜਾਵਾਂਗੇ? ਮੈਨੂੰ ਇਹ ਗੱਲ ਬੜੀ ਹੈਰਾਨੀ ਵਾਲੀ ਲੱਗਦੀ ਹੁੰਦੀ, ਕਿਉਂਕਿ ਸਾਡੇ ਜਿਹੜੇ ਲੋਕ ਇੱਥੇ ਆਉਂਦੇ ਉਹਨਾਂ ਨੂੰ ਲੱਗਦਾ ਕਿ ਅਸੀਂ ਆ ਗਏ ਹਾਂ ਅਤੇ ਅਸੀਂ ਇੱਥੇ ਹੀ ਰਹਿਣਾ, ਪੱਕੇ ਹੋਣਾ, ਅਤੇ ਉਹ ਆਪਣੀ ਜਗ੍ਹਾ 'ਤੇ ਸਹੀ ਵੀ ਨੇ, ਕਿਉਂਕਿ ਜੋ ਪਿੱਛੇ ਹਾਲਾਤ ਹੈ, ਮੈਂ ਉੱਥੋਂ ਹੀ ਆਈ ਹਾਂ, ਇਸ ਕਰਕੇ ਮੈਂ ਸਮਝਦੀ ਹਾਂ ਜੋ ਹਾਲਾਤ ਨੇ, ਕੋਈ ਨਹੀਂ ਚਾਹੁੰਦਾ ਕਿ ਉਹ ਵਾਪਸ ਜਾ ਕੇ ਉਹਨਾਂ ਹੀ ਹਾਲਾਤਾਂ, ਉਸੇ ਹੀ ਦਲਦਲ ਦੇ ਵਿੱਚ ਫੇਰ ਫਸ ਜਾਏ। ਪਰ ਉਹ ਜਦੋਂ ਚਾਈਨੀਜ਼ ਬੱਚਿਆਂ ਨੂੰ ਜਦੋਂ ਪੁੱਛਿਆ ਜਾਂਦਾ ਤਾਂ ਉਹ ਅਗਲੇ ਕਹਿੰਦੇ ਨੇ ਕਿ ਕਿਉਂਕਿ ਸਾਡੀ ਗਵਰਨਮੈਂਟ ਨੇ ਸਾਡੇ ਵਾਸਤੇ ਉੱਥੇ ਪੂਰੀ ਵਿਵਸਥਾ ਕਰਕੇ ਰੱਖੀ ਹੋਈ ਹੈ। ਇਹ ਗੱਲ ਮੈਂ ਕਿਉਂ ਕਹਿ ਰਹੀ ਹਾਂ ਕਿ ਉਹ ਉਸ ਦੇਸ਼ 'ਚੋਂ ਨਿਕਲ ਕੇ ਆਏ ਨੇ ਜਿਨ੍ਹਾਂ ਦੀ ਸਰਕਾਰ ਬਾਕਾਇਦਾ ਉਹਨਾਂ ਨੂੰ ਵਾਪਸ ਲੈਣ ਦੇ ਲਈ ਬਾਹਾਂ ਖੋਲ੍ਹ ਕੇ ਖੜੀ ਹੈ। ਸੋ ਉਹ ਲੋਕ ਬਹੁਤ ਅੱਗੇ ਵੀ ਵਧੇ ਹੋਏ ਨੇ, ਸਿਵਲਾਈਜ਼ਡ ਵੀ ਨੇ, ਹਰ ਤਰੀਕੇ ਨਾਲ ਉਹ ਸਾਡੇ ਤੋਂ ਤੇ ਕਿਤੇ ਅੱਗੇ ਨੇ। ਪਰ ਜੇਕਰ ਤੁਸੀਂ ਉਹਨਾਂ ਦੇ ਫੋਨ ਦੇ ਉੱਤੇ ਵੇਖੋ ਨਾ, ਤਾਂ ਉਹਨਾਂ ਨੇ WhatsApp ਦੇ ਵਿੱਚ ਵੀ ਆਪਣਾ ਚਾਈਨੀਜ਼ ਭਾਸ਼ਾਵਾਂ ਆਪਣੀ ਭਾਸ਼ਾ ਦੇ ਵਿੱਚ ਹੀ ਲਿਖਦੇ ਆ।
ਜੇ ਉਹਨਾਂ ਦੀ ਫੇਸਬੁੱਕ ਦੇਖੋ ਆਪਣੀ ਭਾਸ਼ਾ ਦੇ ਵਿੱਚ ਲਿਖਦੇ ਆ। ਮੈਜੋਰਿਟੀ ਜਿਹੜੀਆਂ ਈਮੇਲਸ ਵੀ ਮੇਰੇ ਨਾਲ ਕਦੀ ਸ਼ੇਅਰ ਹੁੰਦੀਆਂ ਤਾਂ ਉਹਦੇ ਵਿੱਚ ਜਿੱਦਾਂ ਹੁਣ ਮੇਰੀ ਕਿਸੇ ਕੋਈ ਫਰੈਂਡ ਆ ਚਾਈਨੀਜ਼ ਅਤੇ ਉਹਨੇ ਆਪਣਾ ਨਾਮ ਲਿਖਿਆ ਅਤੇ ਨਾਲ ਉਹਨੇ ਬ੍ਰੈਕਟ ਦੇ ਵਿੱਚ ਚਾਈਨੀਜ਼ ਦੇ ਵਿੱਚ ਵੀ ਆਪਣਾ ਨਾਮ ਲਿਖਿਆ ਹੁੰਦਾ। ਚਾਈਨੀਜ਼ ਲੋਕਾਂ ਦੇ ਵਿੱਚੋਂ ਬਹੁਤ ਘੱਟ ਲੋਕ ਐਸੇ ਮੈਂ ਦੇਖੇ ਹੈ, ਹੋ ਸਕਦਾ ਮੇਰੀ ਕਿਉਂਕਿ ਮੈਂ ਸਾਰਾ ਕੁਛ ਤਾਂ ਦੇਖ ਨਹੀਂ ਲਿਆ ਦੁਨੀਆ ਦਾ, ਪਰ ਜਿੰਨਾ ਕੁ ਮੈਂ ਦੇਖਿਆ ਉਹ ਸਾਈਨ ਵੀ ਆਪਣੇ ਜਿਹੜੇ ਦਸਤਖਤ ਨੇ ਉਹ ਵੀ ਆਪਣੀ ਭਾਸ਼ਾ 'ਚ ਕਰਦੇ ਨੇ। ਸੋ ਇਹ ਜਿਹੜੇ ਲੋਕ ਨੇ ਉਹ ਕੌਣ ਨੇ? ਕਿਉਂਕਿ ਉਹਨਾਂ ਨੂੰ ਆਪਣੀ ਭਾਸ਼ਾ ਦੇ ਉੱਤੇ ਮਾਣ ਹੈ। ਅਸੀਂ ਕੀ ਕਰਦੇ ਹਾਂ ਕਿ ਸਾਨੂੰ ਲੱਗਦਾ ਕਿ ਸਾਡੀ ਭਾਸ਼ਾ ਦੀ ਜ਼ਰੂਰਤ ਨਹੀਂ, ਨਾ ਹੀ ਸਾਨੂੰ ਨੌਕਰੀ ਦਿਵਾ ਸਕਦੀ ਹੈ, ਨਾ ਹੀ ਸਾਨੂੰ ਕਿਤੇ ਅੱਗੇ ਪਹੁੰਚਾ ਸਕਦੀ ਹੈ। ਸੋ ਬੈਟਰ ਕੀ ਆ ਕਿ ਕੋਈ ਹੋਰ ਜਿਹੜੀ ਭਾਸ਼ਾ ਉਹਨੂੰ, ਜਿਹੜੀ ਪ੍ਰੈਸਟੀਜੀਅਸ ਭਾਸ਼ਾ ਇਨਵਰਟਿਡ ਕਾਮਾਸ ਦੇ ਵਿੱਚ ਜਿਹੜੀ ਪ੍ਰੈਸਟੀਜੀਅਸ ਭਾਸ਼ਾ ਉਹਨੂੰ ਆਪਣੇ ਹਿੱਕ ਨਾਲ ਲਾ ਲਓ ਅਤੇ ਆਪਣੀ ਭਾਸ਼ਾ ਨੂੰ ਸੁੱਟਦੇ ਚੱਲੋ, ਕਿਉਂਕਿ ਇਹ ਤਾਂ ਆ ਹੀ ਜਾਣੀ ਹੈ। ਪਰ ਇੱਦਾਂ ਨਹੀਂ ਹੁੰਦਾ। ਅੱਖਰ ਕੱਢਦੇ ਕੱਢਦੇ, ਧੁਨੀਆਂ ਕੱਢਦੇ ਕੱਢਦੇ ਕਦੋਂ ਅਸੀਂ ਪੂਰੀ ਦੀ ਪੂਰੀ ਭਾਸ਼ਾ ਨੂੰ ਕੱਢ ਦਿਆਂਗੇ ਸਾਨੂੰ ਪਤਾ ਵੀ ਨਹੀਂ ਲੱਗਣਾ। ਸੋ ਇਹ ਗੱਲਾਂ ਜਿਹੜੀਆਂ ਸੀਗੀਆਂ ਆਪਾਂ ਕੁਛ ਕੁ ਤਾਂ ਪਿਛਲੇ ਐਪੀਸੋਡ ਵਿੱਚ ਹੋਈਆਂ ਸੀ, ਪਰ ਕੁਛ ਕਲੀਅਰ ਕਰਨੀਆਂ ਬਾਕੀ ਸੀਗੀਆਂ। ਹੁਣ ਆਪਾਂ ਆ ਜਾਈਏ ਅਗਲੇ ਸਵਾਲ ਦੇ ਉੱਤੇ ਕਿ ਬਹੁਤਾਤ ਦੇ ਵਿੱਚ ਜਦੋਂ ਮੈਂ ਇਹ ਗੱਲ ਕਿਸੇ ਨਾਲ ਵੀ ਕਰਦੀ ਹਾਂ ਕਿ ਤੁਸੀਂ ਜਿਹੜੀਆਂ ਆਪਣੇ ਪੁਰਾਣੇ ਅੱਖਰ ਸੀ, ਜੋ ਆਪਣੇ ਵਾਕ ਸੀ, ਜੋ ਆਪਣੇ ਫਰੇਜ਼ਿਸ, ਆਪਣੇ ਈਡੀਅਮ ਜਿਹਨੂੰ ਆਪਾਂ ਮੁਹਾਵਰੇ ਕਹਿੰਦੇ ਹਾਂ, ਉਹ ਬੱਚਿਆਂ ਨੂੰ ਸਿਖਾਇਆ ਤੇ ਜਾਵੇ ਤਾਂ ਬਹੁਤਾਤ ਵਿੱਚ ਮੈਨੂੰ ਇਹ ਜਵਾਬ ਮਿਲਦਾ ਕਿ ਬੱਚਿਆਂ ਨੂੰ ਨਾ ਔਖੇ ਲੱਗਦੇ ਆ, ਬੱਚੇ ਸਿੱਖ ਨਹੀਂ ਸਕਦੇ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹਦੇ 'ਚ ਕਸੂਰ ਬੱਚਿਆਂ ਦਾ ਨਹੀਂ ਹੈ, ਕਸੂਰ ਸਾਡਾ ਹੈ। ਕਿਉਂਕਿ ਜੇਕਰ ਅਸੀਂ ਬੱਚਿਆਂ ਨੂੰ ਸਮਝਾਵਾਂਗੇ, ਸਿਖਾਵਾਂਗੇ ਹੀ ਨਹੀਂ ਤਾਂ ਉਹਨਾਂ ਨੇ ਤਾਂ ਉਹ ਕਦੀ ਵੀ ਨਹੀਂ ਸਿੱਖ ਪਾਉਣਗੇ। ਪਰ ਜਦੋਂ ਆਪਾਂ ਇਹ ਕਹਿੰਦੇ ਹਾਂ ਕਿ ਬੱਚੇ ਸਿੱਖ ਨਹੀਂ ਸਕਦੇ ਤਾਂ ਅਸੀਂ ਬੱਚਿਆਂ ਦੀ ਕਪੈਸਿਟੀ ਨੂੰ, ਉਹਨਾਂ ਦੀ ਕੈਪੇਬਿਲਿਟੀ ਨੂੰ ਅੰਡਰਮੀਨ ਕਰਦੇ ਹਾਂ, ਅਸੀਂ ਉਹਨਾਂ ਨੂੰ ਅੰਡਰ ਐਸਟੀਮੇਟ ਕਰਦੇ ਹਾਂ। ਉਹੀ ਬੱਚੇ ਜਦੋਂ ਮੈਂ ਇਸ ਦੇਸ਼ ਦੇ ਵਿੱਚ ਵੀ ਦੇਖਦੀ ਹਾਂ, ਜਦੋਂ ਉਹਨਾਂ ਨੂੰ ਫਰੈਂਚ ਸਿਖਾਈ ਜਾਂਦੀ ਹੈ ਤਾਂ ਫਰੈਂਚ ਦੀਆਂ ਕੁਛ ਜਿਹੜੀਆਂ ਧੁਨੀਆਂ ਨੇ, ਕੁਛ ਜਿਹੜੀਆਂ ਸਾਊਂਡਸ ਨੇ ਉਹ ਅੰਗਰੇਜ਼ੀ ਨਾਲੋਂ ਬਹੁਤ ਡਿਫਰੈਂਟ ਆ। ਠੀਕ ਆ, ਅੱਖਰ ਉਹਨਾਂ ਦੇ ਸੇਮ ਆ ਬਟ ਡਿਫਰੈਂਟ ਨੇ, ਉਹਨਾਂ ਦੀਆਂ ਸਾਊਂਡਸ ਬਹੁਤ ਡਿਫਰੈਂਟ ਨੇ। ਪਰ ਉਹ ਬੱਚੇ ਜਦੋਂ ਫਰੈਂਚ ਬੋਲਦੇ ਆ ਤਾਂ ਉਹ ਬੜੀਆਂ ਵਧੀਆ ਸਾਊਂਡਸ ਕੱਢਦੇ ਆ। ਇੱਕ ਹੀ ਅੱਖਰ ਦੀਆਂ ਦੋ ਅਲੱਗ-ਅਲੱਗ ਤਰ੍ਹਾਂ ਦੀਆਂ ਸਾਊਂਡਸ ਉਹ ਕੱਢ ਲੈਂਦੇ ਆ। ਪਰ ਜਦੋਂ ਆਪਾਂ ਉਹਨਾਂ ਨੂੰ ਪੰਜਾਬੀ ਦੀ ਗੱਲ ਕਰਦੇ ਹਾਂ ਤਾਂ ਫਿਰ ਉਹ ਪੰਜਾਬੀ ਨੂੰ ਇਸ ਟੱਚ ਦੇ ਨਾਲ ਬੋਲਦੇ ਆ ਜਿੱਦਾਂ ਉਹ ਕੋਈ ਬਗਾਨੀ ਭਾਸ਼ਾ ਬੋਲ ਰਹੇ ਹੋਣ, ਜਿੱਦਾਂ ਉਹ ਅੰਗਰੇਜ਼ੀ ਵਿੱਚ ਹੀ ਪੰਜਾਬੀ ਬੋਲ ਰਹੇ ਹੋਣ। ਮੇਰੀ ਕਿਸੇ ਨਾਲ ਇੱਕ ਗੱਲ ਹੋਈ ਸੀ ਕਿ ਉਹ ਕਹਿੰਦੇ ਨਹੀਂ ਜੀ, ਸਾਨੂੰ ਥੋੜ੍ਹਾ ਜਿਹਾ ਨਾ ਆਪਣੇ ਆਪ ਨੂੰ ਫਲੈਕਸੀਬਲ ਕਰਨਾ ਪਊਗਾ, ਸਾਨੂੰ ਆਪਣੇ ਅੱਖਰਾਂ ਦੇ ਹਿਸਾਬ ਨਾਲ ਫਲੈਕਸੀਬਲ ਕਰਨਾ ਪਊਗਾ। ਮੈਂ ਉਹਨਾਂ ਨੂੰ ਕਿਹਾ ਸੀ ਕਿ ਠੀਕ ਹੈ, ਜਰਾ ਕੋਸ਼ਿਸ਼ ਕਰਕੇ ਦੇਖੀਏ ਕਿ ਕਿਸੇ ਵੀ ਅੰਗਰੇਜ਼ ਦਾ ਤੁਸੀਂ ਨਾਮ, ਕਿਸੇ ਦਾ ਵੀ ਨਾਮ ਜਿਹੜਾ ਹੈ ਉਹ ਗਲਤ ਲੈ ਕੇ ਦੇਖਿਓ, ਜ਼ਰਾ ਸੋਚ ਕੇ ਦੇਖਿਓ। ਅਗਰ ਕਿਸੇ ਦਾ ਕਈਆਂ ਦੇ ਨਾਮ JOSE ਜੋਸ ਵੀ ਹੁੰਦਾ ਅਤੇ ਹੋਜ਼ੇ ਵੀ ਹੁੰਦਾ ਆ, ਹੈ ਨਾ। ਹੁਣ ਤੁਸੀਂ ਜੋਸ ਨੂੰ ਹੋਜ਼ੇ ਕਹਿ ਕੇ ਜਾਂ ਹੋਜ਼ੇ ਨੂੰ ਜੋਸ ਕਹਿ ਕੇ ਦੇਖਿਓ, ਉਹ ਤੁਹਾਨੂੰ ਇਮੀਡੀਏਟਲੀ ਕਰੈਕਟ ਕਰਦਾ ਕਿ ਨਹੀਂ ਭਾਈ, ਮੇਰਾ ਨਾਮ ਆ ਨਹੀਂ ਹੈਗਾ। CERI, ਮੇਰੀ ਹੀ ਡਿਪਾਰਟਮੈਂਟ ਦੇ ਵਿੱਚ ਇੱਕ ਮੇਰੀ ਬੜੀ ਅੱਛੀ ਦੋਸਤ ਆ, ਉਹਨਾਂ ਦਾ ਨਾਮ ਕੈਰੀ ਆ ਪਰ ਉਹ CERI ਲਿਖਦੇ ਆ। ਤਾਂ ਮੈਂ ਉਹਨਾਂ ਨੂੰ ਸੈਰੀ ਬੋਲਦੀ ਸੀ ਕਿਉਂਕਿ ਮੇਰੇ ਹਿਸਾਬ ਨਾਲ ਤਾਂ ਸੀ ਤੋਂ NG ਹੋਣਾ ਚਾਹੀਦਾ ਸੀ, ਬਟ ਉਹਨਾਂ ਨੇ ਮੈਨੂੰ ਕਿਹਾ ਨਹੀਂ ਕੈਰੀ ਆ। ਔਰ ਮੇਰਾ ਨਾਮ ਜਦੋਂ ਕਿਰਨ ਹੈ ਤਾਂ ਉਹਨੂੰ ਕੈਰਨ ਕਿਉਂ ਬੋਲਿਆ ਜਾਵੇ, ਉਹ ਕਿਰਨ ਕਿਉਂ ਨਾ ਬੋਲਿਆ ਜਾਵੇ? ਮੇਰੇ ਨਾਮ ਦੀ ਇੰਪੋਰਟੈਂਸ ਉਨੀ ਕਿਉਂ ਨਹੀਂ ਜਿੰਨੀ ਬਾਕੀ ਨਾਮਾਂ ਦੀ ਇੰਪੋਰਟੈਂਸ ਆ? ਮੇਰੇ ਅੱਖਰਾਂ ਦੀ ਇੰਪੋਰਟੈਂਸ ਉਨੀ ਕਿਉਂ ਨਹੀਂ ਜਿੰਨੀ ਬਾਕੀਆਂ ਦੀ ਇੰਪੋਰਟੈਂਸ ਆ? ਜਦੋਂ ਮੈਂ ਅੰਗਰੇਜ਼ੀ ਅਗਰ ਗਲਤ ਬੋਲਦੀ ਹਾਂ ਤਾਂ ਉਸੇ ਵੇਲੇ ਸਾਰੀ ਦੁਨੀਆ ਹੱਸਣਾ ਸ਼ੁਰੂ ਕਰ ਦੂਗੀ। ਅਗਰ ਇੱਥੋਂ ਹੀ, ਇਸ ਸਟੇਜ ਤੋਂ ਹੀ ਮੈਂ ਗਲਤ ਇੰਗਲਿਸ਼ ਬੋਲਣੀ ਸ਼ੁਰੂ ਕਰ ਦਿਆਂ ਤਾਂ ਅੱਧਿਆਂ ਤੋਂ ਵੱਧ ਜਿਹੜੇ ਕਮੈਂਟ ਕਰਨਗੇ ਉਹ ਕਰਨਗੇ ਵੀ ਪਹਿਲਾਂ ਅੰਗਰੇਜ਼ੀ ਬੋਲਣੀ ਸਿੱਖਿਆ। ਅਤੇ ਜਦੋਂ ਕੋਈ ਪੰਜਾਬੀ ਗਲਤ ਬੋਲਦਾ ਤਾਂ ਉਹਨੂੰ ਆਪਾਂ ਕਿਉਂ ਨਹੀਂ ਕਹਿੰਦੇ ਕਿ ਤੂੰ ਪੰਜਾਬੀ ਬੋਲਣੀ ਸਿੱਖਿਆ? ਕਿਉਂਕਿ ਅਸੀਂ ਖੁਦ ਹੀਣ ਭਾਵਨਾ ਦੇ ਸ਼ਿਕਾਰ ਲੋਕ ਹਾਂ। ਸਾਨੂੰ ਇਹ ਲੱਗਦਾ ਕਿ ਸਾਡੀ ਭਾਸ਼ਾ ਜਿਹੜੀ ਆ ਉਹ ਬਹੁਤ ਥੱਲੇ ਆ। ਜਦੋਂ ਕੋਈ ਪੰਜਾਬੀ 'ਚ, ਮੈਂ ਇਹ ਗੱਲ ਪਿਛਲੇ ਹਫ਼ਤੇ ਵੀ ਕਹੀ ਸੀ, ਜਦੋਂ ਕੋਈ ਪੰਜਾਬੀ ਵਿੱਚ, ਠੇਠ ਪੰਜਾਬੀ ਵਿੱਚ ਕੋਈ ਬੋਲਦਾ ਤਾਂ ਅਸੀਂ ਉਹਨੂੰ ਕਹਿੰਦੇ ਦੇਸੜ ਜਿਹਾ, ਇਹ ਪੇਂਡੂ ਆ। ਔਰ ਮੈਨੂੰ ਨਹੀਂ ਪਤਾ ਕਿ ਪੇਂਡੂ ਨੈਗੇਟਿਵ ਵਰਡ ਕਦੋਂ ਦਾ ਹੋ ਗਿਆ। ਪਤਾ ਨਹੀਂ, ਮੈਂ ਕੋਈ ਇੱਕ ਪੰਜਾਬੀ ਫਿਲਮ ਦੀ ਕੋਈ ਹੈ ਕਿ ਉਹਦੇ ਵਿੱਚ ਕਿਸੇ ਦੋ ਕੁੜੀਆਂ ਹੈ ਤਾਂ ਉਹਨਾਂ ਨੂੰ ਕਹਿ ਦਿੰਦੇ ਕਿ ਭੈਣ ਜੀ, ਤੇ ਉਹ ਕਹਿੰਦੇ ਤੂੰ ਗਾਲ ਕੱਢਦਾ ਆ। ਭੈਣ ਜੀ ਗਾਲ ਕਦੋਂ ਦੀ ਹੋ ਗਈ? ਬੀਬੀ ਗਾਲ ਕਦੋਂ ਦਾ ਹੋ ਗਿਆ? ਬੀਬੀ ਤਾਂ ਬੜਾ ਰਿਸਪੈਕਟੇਬਲ ਵਰਡ ਸੀ, ਭੈਣ ਜੀ ਬੜਾ ਰਿਸਪੈਕਟੇਬਲ ਵਰਡ ਹੈ। ਜਦੋਂ ਤੁਸੀਂ ਕਿਸੇ ਨੂੰ ਭੈਣ ਜੀ ਕਹਿੰਦੇ ਆ ਤਾਂ ਬੜਾ ਰਿਸਪੈਕਟੇਬਲ ਵਰਡ ਹੈ ਇਹ। ਪਰ ਆਪਾਂ ਇਹਨਾਂ ਨੂੰ ਕਦੋਂ ਤੋਂ ਇਹ ਮੰਨ ਲਿਆ ਕਿ ਇਹ ਜਿਹੜੇ ਨੇ ਉਹ ਬੜੇ
ਛੋਟੇ ਵਰਡ ਨੇ ਜਾਂ ਥਰਡ ਕਲਾਸ ਵਰਡ ਨੇ ਕਿਉਂ ਮੰਨ ਲਿਆ ਸੀ? ਕਿਉਂਕਿ ਅਸੀਂ ਖੁਦ ਹੀਨ ਭਾਵਨਾ ਦੇ ਸ਼ਿਕਾਰ ਲੋਕ ਹਾਂ। ਹੁਣ ਅਗਲੀ ਗੱਲ ਆਪਾਂ ਕਰਾਂਗੇ ਤਾਂ ਭਾਸ਼ਾ ਤੇ ਬੋਲੀ ਜਿਹੜੀ ਲਿਪੀ ਹੈ ਉਹਦੇ ਵਿੱਚ ਫ਼ਰਕ ਕੀ ਹੈ। ਭਾਸ਼ਾ ਜੋ ਹੈ ਉਹ ਆਪਣੇ ਬੋਲਣ ਵਿੱਚ ਆਉਂਦੀ ਹੈ। ਜਦੋਂ ਮੈਂ ਪੰਜਾਬੀ ਭਾਸ਼ਾ ਦੀ ਗੱਲ ਕਰਦੀ ਹਾਂ ਤਾਂ ਪੰਜਾਬੀ ਵਿੱਚ ਬਹੁਤ ਸਾਰੇ ਡਾਇਲੈਕਟ ਆਉਂਦੇ ਨੇ। ਪੰਜਾਬੀ ਵਿੱਚ ਮਾਝੇ ਵਾਲਿਆਂ ਦੀ ਪੰਜਾਬੀ ਡਿਫਰੈਂਟ ਆ, ਦੁਆਬੇ ਵਾਲਿਆਂ ਦੀ ਥੋੜ੍ਹੀ ਵੱਖਰੀ ਹੈ, ਮਲਵਈ ਜਿਹੜੇ ਨੇ ਉਹ ਬਿਲਕੁਲ ਹੀ ਵੱਖਰੀ ਬੋਲਦੇ ਨੇ, ਪੋਠੋਹਾਰੀ ਬਿਲਕੁਲ ਵੱਖਰੀ ਹੈ, ਜਿਹੜੇ ਲਹਿੰਦੇ ਪੰਜਾਬ ਚੜ੍ਹਦੇ ਪੰਜਾਬ ਦੀਆਂ ਭਾਸ਼ਾਵਾਂ ਦੇ ਵਿੱਚ ਥੋੜ੍ਹਾ ਥੋੜ੍ਹਾ ਫ਼ਰਕ ਹੈ। ਤਾਂ ਜੋ ਬੋਲਣ ਵਿੱਚ ਆਉਂਦੀ ਆ ਉਹ ਭਾਸ਼ਾ ਹੁੰਦੀ ਹੈ, ਪਰ ਜੋ ਲਿਖਣ ਵਿੱਚ ਆਉਂਦੀ ਆ ਉਹ ਲਿਪੀ ਹੁੰਦੀ ਹੈ। ਜਦੋਂ ਅਸੀਂ ਇਹ ਕਹਿੰਦੇ, ਜਦੋਂ ਮੈਂ ਇਹ ਕਿਹਾ ਕਿ ਕੁਝ ਸਿੰਬਲਸ ਨੂੰ ਅਸੀਂ ਇਕੱਠਾ ਕਰ ਲੈਂਦੇ ਹਾਂ, ਜੋ ਸਿੰਬਲਸ ਨੇ ਉਹ ਰੈਫਰ ਕਰਦੇ ਨੇ ਕਿ ਅਗਰ ਮੈਂ ਮੇਜ਼ ਬੋਲਿਆ ਤਾਂ ਉਹਦਾ ਮਤਲਬ ਕੀ ਆ। ਹੁਣ ਮੈਂ ਮੰਮਾ ਜਦੋਂ ਲਿਖਦੀ ਹਾਂ ਅਤੇ ਜੱਜਾ ਜਦੋਂ ਲਿਖਦੀ ਹਾਂ ਤਾਂ ਉਹ ਜਿਹੜੇ ਸਿੰਬਲਸ ਨੇ ਉਹ ਇਕੱਠੇ ਹੋ ਕੇ ਔਰ ਇੱਕ ਫਿਰ ਉਹਦੇ ਨਾਲ ਲਾਂ ਜਿਹੜੀ ਆ ਉਹ ਇਕੱਠੇ ਹੋ ਕੇ ਕੀ ਬਣਾਉਂਦੇ ਨੇ, ਉਹ ਲਿਪੀ ਦਾ ਹਿੱਸਾ ਹੈ। ਹੁਣ ਇੱਥੇ ਆਪਾਂ ਇਸ ਗੱਲ ਨੂੰ ਧਿਆਨ ਦਈਏ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬੀ ਭਾਸ਼ਾ ਖਤਰੇ 'ਚ ਹੈ ਤਾਂ ਬੇਸਿਕਲੀ ਅਸੀਂ ਗੁਰਮੁਖੀ ਲਿਪੀ ਦੀ ਗੱਲ ਕਰ ਰਹੇ ਹਾਂ। ਕਿਉਂ? ਜਿਹੜੀ ਸ਼ਾਹਮੁਖੀ ਹੈ, ਕਿਉਂਕਿ ਵੈਸੇ ਤਾਂ ਹੋਰ ਵੀ ਜਿਹੜੀਆਂ ਹੈਗੀਆਂ ਮਹਾਜਨੀ ਸਕ੍ਰਿਪਟ ਵੀ ਹੋਇਆ, ਲਿਪੀ ਵੀ ਹੋਇਆ ਕਰਦੀ ਸੀ, ਲੰਡਾ ਸਕ੍ਰਿਪਟ ਵੀ ਹੋਇਆ ਕਰਦੀ ਸੀ, ਪਰ ਉਹਨਾਂ ਦੀ ਗੱਲ ਮੈਂ ਇਸ ਟਾਈਮ 'ਤੇ ਨਹੀਂ ਕਰ ਰਹੀ। ਮੈਂ ਗੱਲ ਕਰ ਰਹੀ ਹਾਂ ਸ਼ਾਹਮੁਖੀ ਅਤੇ ਗੁਰਮੁਖੀ ਦੀ। ਹੁਣ ਇਸ ਗੱਲ ਦੇ ਸਾਡੇ ਜਿਹੜੇ ਪਾਕਿਸਤਾਨੀ ਜਾਂ ਲਹਿੰਦੇ ਪੰਜਾਬ ਦੇ ਜਿਹੜੇ ਸਾਡੇ ਭੈਣ ਭਰਾ ਨੇ ਉਹ ਵਧਾਈ ਦੇ ਪਾਤਰ ਵੀ ਨੇ, ਕਿਉਂਕਿ ਉਹਨਾਂ ਨੇ ਆਪਣਾ ਵਿਰਸਾ ਨਹੀਂ ਛੱਡਿਆ। ਉਹ ਅੱਜ ਵੀ ਫੁੱਲੇ ਨੂੰ ਫੁੱਲੇ ਹੀ ਕਹਿੰਦੇ ਆ, ਉਹ ਅੱਜ ਵੀ ਫੁੱਟੇ ਨੂੰ ਫੁੱਟਾ ਹੀ ਕਹਿੰਦੇ ਆ ਪੰਜਾਬੀ ਵਿੱਚ। ਅੱਜ ਵੀ ਉਹਨਾਂ ਦੇ ਫੁੱਲੇ ਪੌਪਕੌਰਨ ਨਹੀਂ ਹੋਏ, ਇਹ ਸਾਡੇ ਪੌਪਕੌਰਨ ਹੋ ਗਏ। ਪਰ ਉਹਨਾਂ ਨੇ ਆਪਣੇ ਆਪ ਨੂੰ ਸੰਭਾਲ ਕੇ ਰੱਖਿਆ। ਇਹਨਾਂ ਦੇਸ਼ਾਂ ਦੇ ਵਿੱਚ ਵੀ ਜਦੋਂ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਤਾਂ ਉਹ ਸਾਡੇ ਨਾਲੋਂ ਕਿਤੇ ਠੇਠ, ਕਿਤੇ ਸੋਹਣੀ ਪੰਜਾਬੀ ਬੋਲਦੇ ਆ, ਕਿਤੇ ਸੋਹਣੀ ਪੰਜਾਬੀ ਬੋਲਦੇ ਆ। ਹੋ ਸਕਦਾ ਉਹਨਾਂ ਨੂੰ ਅੰਗਰੇਜ਼ੀ ਉਨੀ ਵਧੀਆ ਨਾ ਆਉਂਦੀ ਹੋਵੇ, ਪਰ ਉਹ ਪੰਜਾਬੀ ਬਹੁਤ ਸੋਹਣੀ ਬੋਲਦੇ ਆ ਔਰ ਬਕਾਇਦਾ ਬੜੇ ਮਾਣ ਨਾਲ ਉਹ ਪੰਜਾਬੀ ਬੋਲਦੇ ਆ। ਇਹਦੇ ਨਾਲ ਇੱਕ ਗੱਲ ਹੋਰ, ਤੁਸੀਂ ਬੱਸ ਵਿੱਚ ਕਿਤੇ ਚੜ੍ਹ ਜਾਓ ਅਤੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਤੁਸੀਂ ਪੰਜਾਬ ਦੇ ਹੋ, ਉਹ ਆਪਣੇ ਆਪ ਤੁਹਾਡੇ ਨਾਲ ਗੱਲ ਕਰਨ ਆ ਜਾਂਦੇ ਆ ਔਰ ਉਹ ਬਕਾਇਦਾ ਤੁਹਾਡੇ ਨਾਲ ਪੰਜਾਬੀ 'ਚ ਹੀ ਗੱਲ ਕਰਦੇ ਰਹਿੰਦੇ ਔਰ ਕਿੰਨਾ ਚਿਰ ਗੱਲ ਕਰਦੇ ਰਹਿੰਦੇ ਆ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਉਹਦੇ ਹੀ ਓਪੋਜ਼ਿਟ ਜਦੋਂ ਸਾਡੇ ਕੋਈ ਕਿਸੇ ਆਪਣੇ ਜਿਹੜੇ ਇੱਧਰ ਚੜ੍ਹਦੇ ਪੰਜਾਬ ਵਾਲਿਆਂ ਦੇ ਜਿਹੜਾ ਹੈਗਾ ਉਹਨਾਂ ਨੂੰ ਕਿਤੇ ਪਤਾ ਲੱਗ ਜਾਏ ਕਿ ਅੱਛਾ ਇਹ ਆਪਣਾ ਬੰਦਾ, ਤਾਂ ਉਹਦੇ ਨਾਲ ਉਹ ਗੱਲ ਕਰਨ ਲੱਗਦੇ ਆ ਤਾਂ ਉਹ ਪਹਿਲਾਂ ਸ਼ੁਰੂ ਹੀ ਇੰਗਲਿਸ਼ 'ਚ ਕਰਦੇ ਆ ਤਾਂ ਫਿਰ ਉਹ ਅੰਗਰੇਜ਼ੀ 'ਚ ਚੱਲਦੇ ਰਹਿੰਦੇ ਆ। ਮੈਂ ਅੰਗਰੇਜ਼ੀ ਦੀ ਵੈਰੀ ਨਹੀਂ, ਕਿਉਂਕਿ ਮੇਰੇ ਤਾਂ ਸਬਜੈਕਟ ਹੀ ਇੰਗਲਿਸ਼ ਲਿਟਰੇਚਰ ਆ, ਸੋ ਮੈਨੂੰ ਇੰਗਲਿਸ਼ ਬਹੁਤ ਪਿਆਰੀ, ਬਹੁਤ ਪਸੰਦ ਹੈਗੀ ਆ, ਕਿਉਂਕਿ ਮੇਰੀ ਜਿਹੜੀ ਸਬਜੈਕਟ, ਮੇਰੀ ਰੋਜ਼ੀ ਰੋਟੀ ਦੀ ਭਾਸ਼ਾ ਹੀ ਅੰਗਰੇਜ਼ੀ ਹੈ। ਪਰ ਅੰਗਰੇਜ਼ੀ ਨੂੰ ਮੈਂ ਪੰਜਾਬੀ ਤੋਂ ਪਹਿਲਾਂ ਨਹੀਂ ਰੱਖ ਸਕਦੀ, ਇਹ ਨਹੀਂ ਹੋ ਸਕਦਾ। ਪੰਜਾਬੀ ਦੀ ਥਾਂ ਹੀ ਰਹੂਗੀ। ਮੇਰੀ ਮਾਂ ਭਾਸ਼ਾ, ਮੇਰੀ ਮਾਂ ਬੋਲੀ ਉਹ ਪੰਜਾਬੀ ਹੀ ਰਹੂਗੀ। ਜੋ ਗੱਲ ਮੈਂ ਪੰਜਾਬੀ ਵਿੱਚ ਕਹਿ ਸਕਦੀ ਹਾਂ ਮੈਂ ਅੰਗਰੇਜ਼ੀ 'ਚ ਨਹੀਂ ਕਹਿ ਸਕਦੀ। ਜਦੋਂ ਮੈਂ ਕਵਿਤਾਵਾਂ ਲਿਖਦੀ ਹਾਂ ਨਾ, ਜਦੋਂ ਮੈਂ ਆਰਟੀਕਲ ਲਿਖਣਾ ਹੁੰਦਾ ਜਾਂ ਮੈਂ ਕੁਛ ਹੋਰ ਲਿਖਣਾ ਹੁੰਦਾ ਤਾਂ ਮੈਂ ਅੰਗਰੇਜ਼ੀ ਵਿੱਚ ਵੀ ਲਿਖ ਲੈਂਦੀ ਹਾਂ, ਪੰਜਾਬੀ 'ਚ ਵੀ ਲਿਖ ਲੈਂਦੀ ਹਾਂ। ਪਰ ਜਦੋਂ ਮੈਂ ਕਵਿਤਾ ਲਿਖਣੀ ਹੁੰਦੀ ਹੈ ਤਾਂ ਜਿਸ ਤਰੀਕੇ ਨਾਲ ਜੋ ਅੱਖਰ, ਜੋ ਭਾਵ ਮੈਂ ਪੰਜਾਬੀ 'ਚ ਵਿਅਕਤ ਕਰ ਸਕਦੀ ਹਾਂ ਉਹ ਮੇਰੇ ਅੰਗਰੇਜ਼ੀ 'ਚ ਹੁੰਦੇ ਹੀ ਨਹੀਂ। ਉਹਦਾ ਰੀਜ਼ਨ ਕੀ ਆ? ਕਿਉਂਕਿ ਮੇਰੀ ਜਿਹੜੀ ਰੂਹ ਹੈ ਉਹ ਪੰਜਾਬੀ ਬੋਲਦੀ ਆ। ਇਹਨੂੰ ਜਿਹੜੇ ਸਮਝ ਸਕਦੇ ਆ ਉਹ ਸਮਝ ਸਕਦੇ ਆ, ਜਿਨ੍ਹਾਂ ਨੇ ਆਈ ਥਿੰਕ ਕਈ ਐਸੇ ਵੀ ਹੋਣਗੇ ਜਿਹੜੇ ਮੇਰੇ ਭੈਣ ਭਰਾ ਇਹ ਕਹਿਣਗੇ ਕਿ ਐਵੇਂ ਮਰੀ ਜਾਂਦੀ ਆ, ਬਟ ਇਹ ਗੱਲਾਂ ਵੀ ਹੈਗੀਆਂ। ਅੱਛਾ ਖੈਰ, ਇਹਦੇ ਵਿੱਚ ਹੁਣ ਜਿਹੜੀ ਮੈਂ ਆਪਣੀ ਇਹ ਗੱਲ ਕਹਿ ਰਹੀ ਹਾਂ ਕਿ ਗੁਰਮੁਖੀ ਲਿਪੀ ਦੀ ਹੀ ਪ੍ਰੋਬਲਮ ਆ, ਕਿਉਂਕਿ ਸ਼ਾਹਮੁਖੀ ਵਾਲਿਆਂ ਨੇ ਆਪਣੀ ਭਾਸ਼ਾ ਵੀ ਸਾਂਭ ਕੇ ਰੱਖੀ ਹੋਈ, ਆਪਣੀ ਲਿਪੀ ਵੀ ਸਾਂਭ ਕੇ ਰੱਖੀ ਹੋਈ ਆ। ਪ੍ਰੋਬਲਮ ਗੁਰਮੁਖੀ ਲਿਪੀ ਵਾਲਿਆਂ ਨੂੰ ਆ ਰਹੀ ਆ, ਕਿਉਂਕਿ ਗੁਰਮੁਖੀ ਲਿਪੀ ਵਾਲੇ ਜਿਹੜੇ ਨੇ ਸਾਡੇ ਹੀ ਭੱਬੇ ਦੀ ਜਿਹੜੀ ਆਵਾਜ਼ ਆ ਉਹ ਖਤਮ ਹੋ ਗਈ, ਸਾਡੇ ਹੀ ਰਾੜੇ ਦੀ ਆਵਾਜ਼ ਖਤਮ ਹੋ ਗਈ, ਡੱਡੇ ਦੀ ਆਵਾਜ਼ ਖਤਮ ਹੋ ਗਈ। ਅਸੀਂ ਕਰਦੇ ਜਾ ਰਹੇ ਹਾਂ, ਹੈ ਨਾ। ਅਸੀਂ ਆਪਣੀਆਂ ਆਵਾਜ਼ਾਂ ਖਤਮ ਕਰ ਰਹੇ ਹਾਂ, ਆਪਣੀਆਂ ਧੁਨੀਆਂ ਅਸੀਂ ਖਤਮ ਕਰ ਰਹੇ ਹਾਂ, ਉਹ ਲੋਕ ਨਹੀਂ ਕਰ ਰਹੇ। ਸੋ ਜਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬੀ ਬਚਾਓ, ਜਦੋਂ ਲੱਖਾ ਸਿਧਾਣਾ ਜਿਹੜਾ ਵੀਰ ਜਾ ਕੇ ਉਹ ਕਾਲੀ ਸਿਆਹੀ ਮਲ ਕੇ ਆਉਂਦਾ ਤਾਂ ਉਹ ਕਿਹਦੇ ਲਈ ਲੜ ਰਿਹਾ? ਉਹ ਗੁਰਮੁਖੀ ਲਿਪੀ ਲਈ ਲੜ ਰਿਹਾ। ਜਦੋਂ ਉਹ ਕਹਿੰਦੇ ਨੇ ਕਿ ਇਹ ਜਿਹੜੀ ਭਾਸ਼ਾ ਹੈ ਉਹ ਧਨੀ ਰਾਮ ਚਾਤਰਿਕ ਦੀ ਵੀ ਭਾਸ਼ਾ ਹੈ, ਤਾਂ ਉਹ ਧਨੀ ਰਾਮ ਚਾਤਰਿਕ ਕਿਹੜੀ ਭਾਸ਼ਾ 'ਚ ਲਿਖ ਰਿਹਾ? ਗੁਰਮੁਖੀ ਲਿਪੀ 'ਚ ਲਿਖ ਰਿਹਾ। ਸੋ ਆਪਾਂ ਗੁਰਮੁਖੀ ਲਿਪੀ ਦੀ ਗੱਲ ਕਰ ਰਹੇ ਹਾਂ, ਆਪਾਂ ਉਸ ਲਿਪੀ ਦੀ ਗੱਲ ਕਰ ਰਹੇ ਹਾਂ। ਸਾਡੇ ਵਿੱਚੋਂ ਬਹੁਤਾਤ, ਹੁਣ ਜਦੋਂ ਲਿਪੀ ਦੀ ਮੈਂ ਫਿਰ ਉਹੀ ਗੱਲ ਕਰੂੰਗੀ, ਜਦੋਂ ਲਿਪੀ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਆਪਾਂ ਇਹ ਗੱਲ ਕਰ ਰਹੇ ਹਾਂ ਕਿ ਉਹਨੂੰ ਕਿੰਨਾ ਅੱਖਰਾਂ ਦੇ ਵਿੱਚ ਲਿਖਿਆ ਜਾਵੇ। ਉਹ ਸਿੰਬਲਸ ਦਾ ਇੱਕ ਪ੍ਰੈਕਟੀਕਲ ਫਾਰਮ, ਇੱਕ ਮਟੀਰੀਅਲ ਫਾਰਮ ਕੀ ਹੈ ਨਾ। ਮੰਮਾ ਕਿੱਦਾਂ ਲਿਖਣਾ ਹੈ, ਜੱਜਾ ਕਿਵੇਂ ਲਿਖਣਾ ਹੈ, ਉਹ ਸਾਰਾ ਉਹ ਸਾਡੀ ਲਿਪੀ ਹੈ ਨਾ।
ਹੁਣ ਸਾਡੇ ਵਿੱਚੋਂ ਬਹੁਤੇ ਲੋਕ ਜਦੋਂ ਅਸੀਂ ਬਹੁਤ ਸਾਰੇ ਸਾਡੇ ਲੋਕਾਂ ਨੇ ਹੁਣ ਪੰਜਾਬੀ ਦੇ ਵਿੱਚ ਲਿਖਣਾ ਸ਼ੁਰੂ ਕੀਤਾ, ਜੋ ਕਿ ਚੰਗੀ ਗੱਲ ਆ, ਪਰ ਅਸੀਂ ਕਰਦੇ ਕੀ ਹਾਂ? ਔਰ ਕਈ ਟੀਵੀ ਚੈਨਲਸ ਦੇ ਉੱਪਰ ਵੀ ਇੰਝ ਹੀ ਲਿਖਿਆ ਹੁੰਦਾ, ਜਿਹੜਾ ਉਹਨਾਂ ਨੇ ਉਹ ਕੈਪਸ਼ਨ ਪਾਈ ਹੁੰਦੀ ਆ ਤਾਂ ਉਹਦੇ ਉੱਤੇ ਸਪੈਲਿੰਗ ਗਲਤ ਹੁੰਦੇ ਆ, ਪਰ ਆਪਾਂ ਚੱਲਣ ਦਿੰਦੇ ਆ ਕਿ ਗੱਲ ਹੀ ਕੋਈ ਨਹੀਂ। ਜਦ ਸਾਨੂੰ ਅਜੇ ਤੱਕ ਸਾਨੂੰ ਇਹ ਸਮਝ ਨਹੀਂ ਆਈ ਕਿ ਜੱਜਾ ਕਦੋਂ ਪੈਣਾ ਤੇ ਜੱਜੇ ਦੇ ਪੈਰ 'ਚ ਬਿੰਦੀ ਕਦੋਂ ਪੈਣੀ ਆ। ਸਾਡੇ 'ਚੋਂ ਉਹ ਤਾਂ ਚਲੋ ਇੱਕ ਪਾਸੇ ਗੱਲ ਕਰਦੇ ਹੋ, ਸਾਡੇ 'ਚੋਂ ਬਹੁਤੇ ਐਸੇ ਆ ਜਿਨ੍ਹਾਂ ਨੂੰ ਅਜੇ ਵੀ ਨਹੀਂ ਪਤਾ ਕਿ ਤੇ ਕੀ ਦੇ ਵਿੱਚ ਫ਼ਰਕ ਕੀ ਹੈ, ਵਿੱਚੋਂ ਤੇ ਚੋਂ 'ਚ ਫ਼ਰਕ ਕੀ ਹੈ, ਕਿੱਥੇ ਚੋਂ ਲਿਖਣਾ ਤੇ ਕਿੱਥੇ ਵਿੱਚੋਂ ਲਿਖਣਾ ਸਾਨੂੰ ਪਤਾ ਹੀ ਨਹੀਂ। ਹੁਣ ਇਹਦੇ ਵਿੱਚ ਤਾਂ ਸਾਨੂੰ ਕਿਸੇ ਨੇ ਬਾਹਰੋਂ ਆ ਕੇ ਨਹੀਂ ਸੀ ਨਾ ਪੜ੍ਹਾਉਣਾ, ਇਹ ਤਾਂ ਸਾਡੀ ਆਪਣੀ ਭਾਸ਼ਾ ਸੀ ਨਾ, ਅਸੀਂ ਆਪ ਪੜ੍ਹਨੀ ਸੀ, ਪਰ ਕੁਝ ਕੁ ਅੱਖਰ ਅਸੀਂ ਗਾਇਬ ਕਰ ਲਏ। ਇਸ ਕਰਕੇ ਮੈਂ ਬਾਰ-ਬਾਰ ਕਹਿ ਰਹੀ ਹਾਂ ਕਿ ਗੁਰਮੁਖੀ ਲਿਪੀ ਨੂੰ ਬਚਾਉਣ ਦੀ ਲੋੜ ਹੈ। ਹੁਣ ਗੁਰਮੁਖੀ ਲਿਪੀ ਜਿਹੜੀ ਹੈ, ਜੇ ਆਪਾਂ ਇਹ ਸੋਚੀਏ ਕਿ ਇਹ ਲਿਪੀ ਕਿਤੇ ਗਾਇਬ ਹੋ ਜੂਗੀ, ਇਹ ਲਿਪੀ ਕਦੀ ਗਾਇਬ ਨਹੀਂ ਹੋਣੀ। ਕਿਉਂ ਗਾਇਬ ਨਹੀਂ ਹੋਣੀ? ਕਿਉਂਕਿ ਇਸ ਗੁਰਮੁਖੀ ਲਿਪੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਪਣੇ ਗਲਵੱਕੜੀ 'ਚ ਲਿਆ ਹੋਇਆ। ਇਹ ਲਿਪੀ ਗਾਇਬ ਨਹੀਂ ਹੋਣੀ, ਪਰ ਫਿਰ ਪ੍ਰੋਬਲਮ ਕਿੱਥੇ ਆਊਗੀ? ਫਿਰ ਅਸੀਂ ਰੌਲਾ ਕਿਉਂ ਪਾਉਂਦੇ ਹਾਂ? ਹੁਣ ਜਰਾ ਸੋਚ ਕੇ ਦੇਖਿਓ ਜੀ, ਸਮਾਂ ਮੇਰੇ ਕੋਲ ਥੋੜ੍ਹਾ ਰਹਿ ਗਿਆ ਪਰ ਫਿਰ ਵੀ ਮੈਂ ਇਹ ਗੱਲ ਕੰਪਲੀਟ ਕਰੂੰਗੀ। ਸੋਚ ਕੇ ਦੇਖਿਓ ਜੀ ਕਿ ਦੇਵ ਜਿਹੜੀ ਸਕ੍ਰਿਪਟ ਹੈ ਉਹ ਬਣਦੀ ਹੈ ਸੰਸਕ੍ਰਿਤ, ਆਮ ਜਨ ਮਾਨਸ ਦੀ ਜਿਹੜੀ ਬੋਲੀ ਹੈ ਉਹ ਬਣਦੀ ਹੈ ਪ੍ਰਾਕ੍ਰਿਤ, ਪਰ ਫਿਰ ਵੀ ਜਿਹੜਾ ਬ੍ਰਾਹਮਣ ਹੈ, ਜਿਹਨੂੰ ਅਸੀਂ ਇਤਿਹਾਸ 'ਚ ਕਦੇ ਵੀ ਮਾਫ਼ ਨਹੀਂ ਕਰਦੇ ਕਿ ਉਹਨੇ ਵੰਡੀਆਂ ਪਾਈਆਂ, ਜੋ ਵੀ ਉਹ ਆਪਾਂ ਕਰਦੇ ਹਾਂ, ਬਟ ਉਹ ਬ੍ਰਾਹਮਣ ਉਹਨਾਂ ਆਮ ਜਨ ਮਾਨਸ ਨਾਲ ਗੱਲ ਤਾਂ ਕਰ ਰਿਹਾ ਨਾ, ਕਿਉਂਕਿ ਜਜਮਾਨ ਤੇ ਉਹਦੇ ਆਮ ਜਨ ਮਾਨਸ 'ਚੋਂ ਹੀ ਆ ਰਹੇ ਹੈ ਨਾ, ਤੇ ਇਹਦਾ ਮਤਲਬ ਹੈ ਕਿ ਉਹ ਪ੍ਰਾਕ੍ਰਿਤ ਵਿੱਚ ਗੱਲ ਤਾਂ ਕਰ ਰਿਹਾ ਹੈ। ਇਸ ਤੋਂ ਮਤਲਬ ਕੀ ਹੈ ਕਿ ਪ੍ਰਾਕ੍ਰਿਤ ਜਿਹੜੀ ਹੈ ਉਹ ਬ੍ਰਾਹਮਣ ਨੇ ਤਾਂ ਸਿੱਖ ਲਈ, ਪਰ ਜਿਹੜੇ ਆਮ ਜਨ ਮਾਨਸ ਆ ਉਹਨਾਂ ਨੇ ਸੰਸਕ੍ਰਿਤ ਨਹੀਂ ਸਿੱਖੀ ਜਾਂ ਉਹਨਾਂ ਨੂੰ ਸਿੱਖਣ ਨਹੀਂ ਦਿੱਤੀ ਗਈ। ਤਾਂ ਉਹਦੇ ਨਾਲ ਹੋਇਆ ਕੀ ਕਿ ਜਿਹੜਾ ਆਮ ਜਨ ਮਾਨਸ ਹੈ ਉਹਦੇ ਹੱਥਾਂ ਦੇ ਵਿੱਚੋਂ ਵੇਦ ਛੁੱਟਦੇ ਗਏ। ਤਾਂ ਉਹ ਇਹ ਆਪਾਂ ਬਹੁਤ ਪਹਿਲੀਆਂ ਹੀ ਸਾਡੀਆਂ ਹੋਈਆਂ ਸੀਗੀਆਂ ਐਪੀਸੋਡਸ ਜੋ ਆਪਾਂ ਰਿਕਾਰਡ ਕਰਾਏ ਸੀ, ਉਹਦੇ ਵਿੱਚ ਇਹ ਗੱਲ ਹੋਈ ਸੀ ਕਿ ਜਦੋਂ ਉਹ ਆਪਣੇ ਵੇਦਾਂ ਤੋਂ ਦੂਰ ਹੁੰਦੇ ਗਏ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਬ੍ਰਾਹਮਣ ਹੈ ਉਹ ਜਿਸ ਮਰਜ਼ੀ ਢੰਗ ਦੇ ਵਿੱਚ ਉਹਨਾਂ ਨੂੰ ਇੰਟਰਪ੍ਰੇਟ ਕਰਕੇ ਦੱਸੇ, ਉਹਦੇ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਉਹ ਕਿੱਦਾਂ ਟੈਸਟ ਕਰਨ। ਉਹਨਾਂ ਨੂੰ ਇਹ ਸਮਝ ਹੀ ਨਹੀਂ ਹੈ ਕਿ ਇਹ ਗੱਲ ਜੋ ਬ੍ਰਾਹਮਣ ਸਾਨੂੰ ਦੱਸ ਰਿਹਾ ਹੈ ਇਹ ਸੱਚ ਹੈ ਕਿ ਝੂਠ ਹੈ, ਕਿਉਂਕਿ ਉਹ ਨਹੀਂ ਪੜ੍ਹ ਸਕਦੇ ਸੰਸਕ੍ਰਿਤ। ਹੁਣ ਇਸੇ ਚੀਜ਼ ਨੂੰ ਜਰਾ ਆਪਣੇ ਤੇ ਲਾਗੂ ਕਰਕੇ ਦੇਖੀਏ। ਜਦੋਂ ਅਸੀਂ ਗੁਰਮੁਖੀ, ਕਿਉਂਕਿ ਗੁਰਮੁਖੀ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਝਿਆ ਨਹੀਂ ਜਾ ਸਕਦਾ। ਕਈ ਮੈਨੂੰ ਇਸ ਸਵਾਲ ਦੇ ਵਿੱਚ ਵੀ ਪਾ ਦਿੰਦੇ ਨੇ ਕਿ ਇਹਦਾ ਮਤਲਬ ਹੈ ਕਿ ਕਦੀ ਗੁਰੂ ਗ੍ਰੰਥ ਸਾਹਿਬ ਦੀ ਟਰਾਂਸਲੇਸ਼ਨ ਹੋਣੀ ਨਹੀਂ ਚਾਹੀਦੀ। ਤਾਂ ਮੇਰਾ ਜਵਾਬ ਇਹ ਹੁੰਦਾ ਕਿ ਟਰਾਂਸਲੇਸ਼ਨ ਕਰੋ, ਪਰ ਉਹ ਟਰਾਂਸਲੇਸ਼ਨ ਗੈਰ ਸਿੱਖਾਂ ਵਾਸਤੇ ਹੋ ਸਕਦੀ ਤਾਂ ਕਿ ਉਹ ਸਮਝ ਲੈਣ ਕਿ ਸਾਡੀ ਫਿਲਾਸਫੀ ਕੀ ਹੈ। ਜਦੋਂ ਕੋਈ ਸਿੱਖ ਹੋ ਗਿਆ ਤਾਂ ਅਗਰ ਤੁਸੀਂ ਮੇਰੇ ਨਾਲ ਗੱਲ ਕਰੋਗੇ ਤਾਂ ਤੁਸੀਂ ਮੇਰੇ ਨਾਲ ਮੇਰੀ ਭਾਸ਼ਾ 'ਚ ਹੀ ਗੱਲ ਕਰੋਗੇ ਨਾ। ਮੰਨ ਲਓ ਕਿ ਮੈਨੂੰ ਤੁਸੀਂ ਮੇਰਾ ਹੀ ਦਿਮਾਗ ਪੜ੍ਹਨਾ ਚਾਹੁੰਦੇ ਆ ਜਾਂ ਮੇਰੇ ਨਾਲ ਹੀ ਗੱਲ ਕਰਨਾ ਚਾਹੁੰਦੇ, ਮੈਨੂੰ ਸਪੈਨਿਸ਼ ਨਹੀਂ ਆਉਂਦੀ, ਪਰ ਤੁਸੀਂ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਆ ਤਾਂ ਤੁਸੀਂ ਮੇਰੇ ਨਾਲ ਮੇਰੀ ਹੀ ਭਾਸ਼ਾ ਵਿੱਚ ਗੱਲ ਕਰੋਗੇ। ਉਹ ਗੁਰੂ ਦੇ ਮੁੱਖੋਂ ਨਿਕਲੀ ਹੋਈ ਉਹ ਗੁਰੂ ਦੀ ਬਾਣੀ ਆ, ਤੇ ਗੁਰੂ ਕਿਸ ਭਾਸ਼ਾ ਦੇ ਵਿੱਚ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਤੁਸੀਂ ਇਹ ਡਿਸਾਈਡ ਆਪ ਨਹੀਂ ਕਰ ਸਕਦੇ। ਅਸੀਂ ਇਹ ਨਹੀਂ ਕਹਿ ਸਕਦੇ ਕਿ ਗੁਰੂ ਸਾਹਿਬ ਸਾਨੂੰ ਤਾਂ ਤੇਰੀ ਭਾਸ਼ਾ ਵਿੱਚ ਸਮਝ ਨਹੀਂ ਆਉਂਦੀ, ਤੁਸੀਂ ਸਪੈਨਿਸ਼ 'ਚ ਬੋਲੋ ਫਿਰ ਅਸੀਂ ਸਮਝਾਂਗੇ। ਕਿਉਂਕਿ ਇੱਕ ਗੱਲ ਸਮਝੀਏ, ਜੇ ਗੁਰੂ ਪਾਤਸ਼ਾਹ ਨੇ ਸਾਨੂੰ ਟਰਾਂਸਲੇਸ਼ਨ ਹੀ ਕਰਕੇ ਦੇਣੀ ਹੁੰਦੀ ਨਾ, ਤਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਮਨੀ ਸਿੰਘ ਹੋਣਾ ਕੋਲੇ ਦੁਬਾਰਾ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਕਰਾ ਰਹੇ ਨੇ, ਤਾਂ ਉਦੋਂ ਭਾਈ ਮਨੀ ਸਿੰਘ ਨੂੰ ਦੇ ਨਾਲ ਉਹਨਾਂ ਦੇ ਕੋਲ ਹੋਰ ਵੀ ਕਈ ਸਿੰਘ ਨੇ ਜਿਹੜੇ ਬਕਾਇਦਾ ਹੋਰ ਭਾਸ਼ਾਵਾਂ ਦੇ ਵੀ ਗਿਆਤਾ ਨੇ, ਔਰ ਗੁਰੂ ਸਾਹਿਬ ਖੁਦ ਕਈ ਭਾਸ਼ਾਵਾਂ ਦੇ ਗਿਆਤਾ ਸੀ। ਤਾਂ ਉਹਦੇ ਨਾਲ ਹੀ ਇਹ ਕਹਿ ਸਕਦੇ ਸੀਗੇ ਕਿ ਓਕੇ ਭਾਈ ਮਨੀ ਸਿੰਘ ਜੀ, ਹੁਣ ਤੁਸੀਂ ਇਹ ਲਿਖ ਦਿੱਤਾ, ਹੁਣ ਕਿਸੇ ਹੋਰ ਨੂੰ ਬੁਲਾਓ ਜੋ ਇਹਨੂੰ ਅਰਬੀ ਵਿੱਚ ਵੀ ਲਿਖ ਦੇਵੇ, ਕਿਸੇ ਹੋਰ ਨੂੰ ਬੁਲਾਓ ਜੋ ਇਹਨੂੰ ਫਾਰਸੀ ਵਿੱਚ ਵੀ ਲਿਖ ਦੇਵੇ, ਪਰ ਗੁਰੂ ਸਾਹਿਬ ਨੇ ਇੰਝ ਨਹੀਂ ਕੀਤਾ। ਹੁਣ ਪ੍ਰੋਬਲਮ ਕੀ ਆ ਕਿ ਅਸੀਂ ਉਹਨਾਂ ਤੋਂ ਜ਼ਿਆਦਾ ਸਿਆਣੇ ਹੋ ਗਏ। ਅਸੀਂ ਆਪਣੇ ਗੁਰੂ ਨੂੰ ਹੁਕਮ ਦੇ ਰਹੇ ਹਾਂ ਕਿ ਤੂੰ ਸਾਡੇ ਨਾਲ ਗੱਲ ਕਰਨੀ ਹੈ ਤਾਂ ਆਹ ਭਾਸ਼ਾ ਸਿੱਖ ਕੇ ਆ, ਸਪੈਨਿਸ਼ ਸਿੱਖ, ਫਰੈਂਚ ਸਿੱਖ। ਇਹ ਸਾਰੀਆਂ ਗੱਲਾਂ ਟਰਾਂਸਲੇਸ਼ਨਸ ਜਿਹੜੀਆਂ ਨੇ ਉਹ ਉਹਨਾਂ ਲੋਕਾਂ ਲਈ ਤਾਂ ਹੋ ਸਕਦੀਆਂ ਜਿਨ੍ਹਾਂ ਨੂੰ ਸਿੱਖੀ ਬਾਰੇ ਪਤਾ ਹੀ ਨਹੀਂ, ਪਰ ਜਦੋਂ ਇੱਕ ਗੁਰਸਿੱਖ ਨੇ ਗੁਰੂ ਨਾਲ ਗੱਲ ਕਰਨੀ ਹੈ ਤਾਂ ਉਸ ਨੂੰ ਗੁਰੂ ਦੀ ਭਾਸ਼ਾ ਹੀ ਬੋਲਣੀ ਪਊਗੀ। ਉਹ ਆਪਣੀ ਮਰਜ਼ੀ ਨਾਲ ਭਾਸ਼ਾ ਨਹੀਂ ਲੈ ਕੇ ਆ ਸਕਦਾ। ਇਸੇ ਹੀ ਗੱਲ ਨੂੰ ਆਪਾਂ ਅਗਲੀ ਜਿਹੜੇ ਐਪੀਸੋਡ ਆ ਉਹਦੇ ਵਿੱਚ ਤੋਰਾਂਗੇ, ਕਿਉਂਕਿ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਮੇਰੀਆਂ ਅੱਜ ਵੀ ਰਹਿ ਗਈਆਂ, ਪਰ ਚਲੋ ਹੁਣ ਸਮਾਂ ਜਿਹੜਾ ਇੰਨਾ ਕੀ ਇਜਾਜ਼ਤ ਦੇ ਰਿਹਾ।
ਅਗਲੇ ਐਪੀਸੋਡ ਦੇ ਵਿੱਚ ਇਸੇ ਚੀਜ਼ ਨੂੰ ਆਪਾਂ ਹੋਰ ਅੱਗੇ ਥੋੜ੍ਹਾ ਜਿਹਾ ਦੇਖਾਂਗੇ ਕਿ ਗੁਰਮੁਖੀ ਲਿਪੀ ਦੀ ਇੰਪੋਰਟੈਂਸ ਕੀ ਹੈ ਸਾਡੇ ਲਈ। ਕਿਆ ਅਸੀਂ ਟਰਾਂਸਲੇਸ਼ਨਸ ਦੇ ਵਿੱਚ ਜਾ ਸਕਦੇ ਹਾਂ? ਟਰਾਂਸਲੇਸ਼ਨ ਨੂੰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਟਰਾਂਸਲੇਸ਼ਨ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮਝ ਨਹੀਂ ਆਉਂਦੇ ਤਾਂ ਉਹਦਾ ਮਤਲਬ ਕੀ ਹੈ? ਕਿਆ ਅਸੀਂ ਟਰਾਂਸਲੇਸ਼ਨਸ ਦੇ ਅਗੇਂਸਟ ਹਾਂ ਜਾਂ ਇਹਦਾ ਕੋਈ ਹੋਰ ਕੋਨੋਟੇਟਿਵ ਮਤਲਬ ਵੀ ਹੋ ਸਕਦਾ? ਤਾਂ ਇਹ ਗੱਲਾਂ ਆਪਾਂ ਜਿਹੜੀਆਂ ਹੈ ਉਹ ਅਗਲੇ ਐਪੀਸੋਡ ਦੇ ਵਿੱਚ ਕਰਾਂਗੇ। ਅੱਜ ਦੇ ਲਈ ਮੈਨੂੰ ਇੰਨੀਆਂ ਕੁ ਮੇਰੀਆਂ ਬੇਨਤੀਆਂ ਪ੍ਰਵਾਨ ਕਰਨਾ। ਜੇਕਰ ਮੇਰੇ ਕੋਲ ਕਦੇ ਵੀ ਕੋਈ ਗਲਤੀ ਹੋ ਜਾਂਦੀ ਹੈ, ਮੈਂ ਆਪ ਜੀ ਨੂੰ ਬਾਰ-ਬਾਰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਮੈਨੂੰ ਆਪਣੀਆਂ ਈਮੇਲਸ ਦੇ ਜ਼ਰੀਏ ਜ਼ਰੂਰ ਦੱਸਦੇ ਰਿਹਾ ਕਰੋ ਕਿ ਤੇਰੀਆਂ ਆਹ ਗਲਤੀਆਂ ਨੇ, ਤੇਰੀਆਂ ਇਹ ਕਮੀਆਂ ਨੇ, ਤਾਂ ਕਿ ਮੈਂ ਆਪਣੇ ਆਪ ਨੂੰ ਸੁਧਾਰ ਸਕਾਂ। ਜੇਕਰ ਤੁਹਾਡਾ ਕੋਈ ਸਵਾਲ ਵੀ ਹੋਵੇ ਤਾਂ ਉਹ ਸਵਾਲ ਵੀ ਮੈਨੂੰ ਜ਼ਰੂਰ ਤੁਸੀਂ ਲਿਖ ਕੇ ਈਮੇਲ ਦੇ ਥਰੂ ਜ਼ਰੂਰ ਭੇਜਿਆ ਕਰੋ ਤਾਂ ਕਿ ਮੈਂ ਉਹਨੂੰ ਦੇਖ ਸਕਾਂ। ਜੇ ਮੈਂ ਆਪ ਕਾਬਲ ਹੋਈ ਤਾਂ ਮੈਂ ਉਹਦਾ ਜਵਾਬ ਦੇਵਾਂਗੀ। ਅਗਰ ਮੈਂ ਆਪ ਕਾਬਲ ਨਾ ਹੋਈ ਤਾਂ ਕਿਸੇ ਐਸੇ ਬੁੱਧੀਜੀਵੀ ਨੂੰ ਆਪਾਂ ਬੁਲਾ ਸਕਦੇ ਹਾਂ ਜਿਹੜਾ ਉਹਦਾ ਜਵਾਬ ਦੇਣ ਦੇ ਸਮਰੱਥ ਹੋਣ। ਸੋ ਅੱਜ ਦੀਆਂ ਮੇਰੀਆਂ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਦੇ ਹੋਏ ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।